ਹੁਣ ज़्यादा ਟਰੂਡੋ ਕੋ ਕੁਛ ਕਰਨ ਲਈ ਬਹੁਤ ਕੁਛ ਹੈ ਨਹੀਂ ਤੇ ਟਰੂਡੋ ਨੇ ਹੁਣ ਟਰੂਡੋ ਨੂੰ ਕੁਛ ਨਾ ਕੁਛ ਚਾਹੀਦਾ ਸੀ ਤੇ ਉਹਨੇ ਵੇਖਿਆ ਕਿ G20 ਜਿਹੜਾ ਵਾ ਇੱਕ ਬੜਾ ਵੱਡਾ ਪਲੇਟਫਾਰਮ ਸੀਗਾ ਤੇ ਉੱਥੇ ਉਹਨੇ ਸਿੱਖ ਕਮਿਊਨਿਟੀ, ਕਿਉਂਕਿ ਉੱਥੇ ਸਿੱਖ ਬਹੁਤ ਜ਼ਿਆਦਾ ਨੇ, ਪੰਜਾਬੀ ਜ਼ਿਆਦਾ ਨੇ, ਉਹੋ ਜਿਹਾ ਮੁੱਦਾ ਉਠਾਉਂਦੇ ਨੇ ਕਿ ਜਿਹਦੇ ਨਾਲ ਸਾਨੂੰ ਜਿਹੜੇ ਲੋਕ ਨੇ ਹਮਦਰਦੀ ਦੀ ਵੋਟ ਸਾਨੂੰ ਮਿਲੇ। ਇਹ ਇੱਕ ਬੜਾ ਵੱਡਾ ਕਾਰਨ ਹੈ ਕਿ ਟਰੂਡੋ ਨੇ ਇਹ ਕੰਮ ਕੀਤਾ। ਹੁਣ ਉਹਨੂੰ ਬੜਾ ਵਧੀਆ ਮੌਕਾ ਸੀਗਾ ਵੀ ਮੈਂ ਇੱਕ ਤੀਰ ਨਾਲ ਕਈ ਨਿਸ਼ਾਨੇ ਕਰ ਲਾਂਗਾ, ਇਹ ਇੰਡੀਆ ਨੂੰ ਵੀ ਸਵਾਲ ਪੁੱਛ ਲਾਂਗਾ, ਆਪਣੇ ਦੇਸ਼ 'ਚ ਵੀ ਆਪਣੇ ਕਹਾਂਗਾ ਕਿ ਸਾਡੇ ਦੇਸ਼ ਦਾ ਨਾਗਰਿਕ ਸੀਗਾ ਹਰਦੀਪ ਸਿੰਘ ਨਿੱਜਰ, ਤੇ ਮੈਂ ਆਪਣੇ ਨਾਗਰਿਕ ਦੀ ਵੀ ਰੱਖਿਆ ਕਰ ਲਈ ਤੇ ਆਪੋਜੀਸ਼ਨ ਨੂੰ ਵੀ ਜਵਾਬ ਦੇ ਦਿੱਤਾ। ਇਸ ਕਰਕੇ ਉਹਨਾਂ ਇੱਥੇ ਸਟੇਟਮੈਂਟ ਦਿੱਤੀ, ਸਰਕਾਰ ਉਹਦੇ 'ਚ ਕੈਨੇਡਾ ਦੀ ਨਾਕਾਮ ਰਹੀ। ਤੁਸੀਂ ਉਹਨਾਂ ਉਲਟਾ ਇੰਡੀਆ ਨੇ ਉਹਨੂੰ ਕਿਹਾ ਕਿ ਤੁਸੀਂ ਸਾਡੇ ਜਿਹੜਾ ਅੰਦਰੂਨੀ ਜਿਹੜਾ ਦੇਸ਼ 'ਚੋਂ ਦਖਲ ਦਿੰਦੇ ਹੋ, ਤੁਹਾਡੇ ਦੇਸ਼ 'ਚ ਬੈਠ ਕੇ ਸਾਡੇ ਦੇਸ਼ ਦੇ ਵਿਰੁੱਧ ਗਤੀਵਿਧੀਆਂ ਜਿਹੜੀਆਂ ਉਹ ਅਪਣਾਈਆਂ ਜਾਂਦੀਆਂ, ਜਿਹੜੀਆਂ ਕਿ ਸਿਰੇ ਤੋਂ ਨਕਾਰਨ ਵਾਲੀਆਂ ਨੇ ਤੇ ਇਹ ਕਿਸੇ ਤਰ੍ਹਾਂ ਵੀ ਪਬਲਿਕ ਇੰਟਰਸਟ 'ਚ ਨਹੀਂ ਜਾਂਦੀ। ਇਹ ਗੱਲ ਹੁਣ ਟਰੂਡੋ ਇੱਥੋਂ ਗਿਆ, ਐਡੇ ਵੱਡੇ ਪ੍ਰੋਗਰਾਮ 'ਚੋਂ ਗਿਆ, ਉਹਨੇ ਵੇਖਿਆ ਵੀ ਮੈਂ ਤੇ ਗੱਲ ਕਰਨ ਆਇਆ ਸੀ ਆਪਣੀ ਲੋਕਾਂ ਦੀ ਸਿੰਪਥੀ ਲੈਣ ਵਾਸਤੇ ਤੇ ਮੈਨੂੰ ਸਿੰਪਥੀ ਤੇ ਮਿਲੀ ਨਹੀਂ। ਜੇ ਉਹ ਐਡਾ ਹਮਦਰਦੀ ਸੀ ਤੇ ਪਹਿਲਾਂ ਕਿਉਂ ਨਹੀਂ ਉਹਨੇ ਕਰ ਲਿਆ? ਪਹਿਲਾਂ 15 ਘਟਨਾਵਾਂ ਵਾਪਰੀਆਂ ਨੇ। ਜੂਨ ਦੀ ਵਾਰਦਾਤ ਹੋਈ ਹੈ, ਉਸ ਤੋਂ ਇਨ ਬਿਟਵੀਨ ਬਿਫੋਰ ਆਫਟਰ ਕਿੰਨੀਆਂ ਵਾਰਦਾਤਾਂ ਹੋ ਗਈਆਂ, ਉਦੋਂ ਕਿਉਂ ਨਹੀਂ ਬੋਲਿਆ? ਉਦੋਂ ਕੋਈ ਹੈ ਹੀ ਕੁਛ ਨਹੀਂ, ਸਿਰਫ ਉਹਨਾਂ ਗੱਲਾਂ ਦਾ ਕੜਾ ਤਿਆਰ ਕੀਤਾ ਤੇ ਉਹਨਾਂ ਸੋਚਿਆ ਵੀ ਇਹਦੇ ਨਾਲ ਸਾਨੂੰ ਸਿੰਪਥੀ ਮਿਲ ਗਈ, ਸਾਡੀ ਬੱਲੇ ਬੱਲੇ ਹੋ ਜਾਏਗੀ, ਲੇਕਿਨ ਉਹ ਦਾ ਜਿਹੜਾ ਖੇਡਿਆ ਉਲਟ ਪਿਆ। ਜਦੋਂ ਇਹੋ ਜਿਹੀ ਗੱਲ ਕਰਨਗੇ ਤੇ ਇੰਡੀਆ ਨੇ ਚੂੜੀਆਂ ਤੇ ਪਾਈਆਂ ਨਹੀਂ। ਇੱਕ ਬੰਦਾ ਆਣ ਕੇ ਕਹਿ ਦੇ ਜੀ ਤੁਸੀਂ ਆਹ ਕਰ ਰਹੇ ਹੋ, ਤੁਹਾਡਾ ਦੇਸ਼ ਗਲਤ ਹੈ, ਇੱਕ ਦੇਸ਼ ਇਹਦੇ ਸਿਰ ਤੇ ਚੱਲ ਰਿਹਾ ਤੇ ਉਹ ਅੱਖਾਂ ਕੱਢੇਗਾ ਤੇ ਸਾਡਾ ਦੇਸ਼ ਚੁੱਪ ਤੇ ਨਹੀਂ ਨਾ ਰਹੇਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਪੰਜਾਬ ਨਿਊਜ਼ ਦੇ ਨਾਲ ਤੇ ਮੈਂ ਹਾਂ ਭੁਪਾਲ ਸਿੰਘ। ਇਸ ਵੇਲੇ ਜੇ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਵਿੱਚ ਇੱਕ ਅਹਿਮ ਮੁੱਦਾ ਜਿਹੜਾ ਹੈ ਉਹ ਕਾਫੀ ਚੱਲ ਰਿਹਾ ਹੈ। ਮੁੱਦਾ ਹੈ ਕੈਨੇਡਾ ਦੇ ਵੱਲੋਂ ਉਹਨਾਂ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਜਿਹੜਾ ਬਲੇਮ ਭਾਰਤੀ ਸਰਕਾਰ ਤੇ ਲਗਾਇਆ ਗਿਆ ਹੈ ਕਿ ਉਹਨਾਂ ਦੇ ਵਸਨੀਕ ਹਰਜੀਤ ਸਿੰਘ ਨਿੱਜਰ ਦੀ ਹੱਤਿਆ ਭਾਰਤ ਦੇ ਏਜੰਸੀਆਂ ਨੇ ਕੀਤੀ ਹੈ ਕੈਨੇਡਾ ਦੇ ਵਿੱਚ। ਇਸ ਬਿਆਨ ਨੂੰ ਲੈ ਕੇ ਕਾਫੀ ਕੜਵਾਹਟ ਦੋਵਾਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ 'ਚ ਵੀ ਹੋਈ ਤੇ ਜੇ ਮੈਂ ਕਹਿ ਲਿਆ ਕਿ ਇਹ ਸਮਝੀ ਵਾਲਾ ਫੈਸਲਾ ਜਾਂ ਨਾ ਸਮਝੀ ਵਾਲਾ ਫੈਸਲਾ ਸੀ ਕਿ ਕੈਨੇਡਾ ਨੇ ਭਾਰਤੀ ਡਿਪਲੋਮੇਟ ਨੂੰ ਉੱਥੋਂ ਆਪਣੇ ਦੇਸ਼ 'ਚੋਂ ਕੱਢ ਦਿੱਤਾ ਤੇ ਇੱਧਰੋਂ ਉਸ ਦਾ ਜਵਾਬ ਦਿੰਦੇ ਹੋਏ ਭਾਰਤ ਨੇ ਵੀ ਉਹਨਾਂ ਦੇ ਡਿਪਲੋਮੇਟ ਨੂੰ ਭਾਰਤ ਛੱਡਣ ਦਾ ਆਦੇਸ਼ ਦੇ ਦਿੱਤਾ। ਕੜਵਾਹਟ ਭਰੇ ਰਿਸ਼ਤੇ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ, ਲਗਾਤਾਰ ਹੀ ਬਿਆਨਬਾਜ਼ੀਆਂ ਹੋ ਰਹੀਆਂ ਨੇ। ਇਸ ਮੁੱਦੇ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਅਵਿਨਾਸ਼ ਸ਼ਰਮਾ ਜੀ ਅਤੇ ਸੈਂਡੀ ਗਿੱਲ। ਦੋਨੋਂ ਹੀ ਰਾਜਨੀਤਿਕ ਮੁੱਦਿਆਂ ਦੇ ਉੱਤੇ ਕੜੀ ਨਿਗਾਹ ਰੱਖਦੇ ਨੇ, ਜਾਂਚ ਕਰਦੇ ਨੇ, ਘੋਖ ਕਰਦੇ ਰਹਿੰਦੇ ਨੇ। ਦੂਸਰੇ ਪਾਸੇ ਜੇ ਸੈਂਡੀ ਗਿੱਲ ਦੀ ਗੱਲ ਕੀਤੀ ਜਾਵੇ ਤਾਂ ਸੀਨੀਅਰ ਜਰਨਲਿਸਟ ਨੇ, ਕਾਲੇ ਦੌਰ ਨੂੰ ਕਾਫੀ ਨੇੜਿਓਂ ਇਹਨਾਂ ਨੇ ਦੇਖਿਆ ਹੈ, ਵਿਦੇਸ਼ਾਂ ਦੀ ਸੈਰ ਕੀਤੀ ਹੈ, ਕਈ ਦੇਸ਼ਾਂ 'ਚ ਜਾ ਕੇ ਆਏ ਨੇ, ਤਾਂ ਇਸ ਤਰੀਕੇ ਦੇ ਮੁੱਦਿਆਂ ਉੱਤੇ ਵੀ ਕੜੀ ਨਿਗਾਹ ਇਹਨਾਂ ਦੀ ਰਹਿੰਦੀ ਹੈ। ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਹਾਂ ਸੈਂਡੀ ਜੀ, ਸਵਾਗਤ ਹੈ ਪੰਜਾਬ ਨਿਊਜ਼। ਸਤਿ ਸ਼੍ਰੀ ਅਕਾਲ ਜੀ ਸਾਰੇ ਸੂਝਵਾਨ ਪਿਆਰੇ ਸਰੋਤਿਆਂ ਨੂੰ ਪੰਜਾਬ ਨਿਊਜ਼ ਦੇ। ਤੇ ਅਸੀਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਪੰਜਾਬ ਨਿਊਜ਼ ਦਾ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਕਿਸੇ ਵਿਸ਼ੇ 'ਤੇ ਬੋਲਣ ਲਈ। ਤੇ ਪੁੱਛੋ, ਜੋ ਪੁੱਛੋਗੇ ਅਸੀਂ ਜੋ ਵਾਜਬ ਗੱਲ ਹੋਏਗੀ ਉਹ ਕਰਾਂਗੇ ਤੇ ਉਹ ਗੱਲ ਕਰਾਂਗੇ ਜਿਹੜੀ ਲੋਕਾਂ ਨਾਲ ਢੁਕਦੀ ਹੋਏਗੀ। ਜੀ ਬਿਲਕੁਲ। ਅਵਿਨਾਸ਼ ਜੀ ਤੁਹਾਡਾ ਵੀ ਸਵਾਗਤ ਹੈ ਜੀ ਪੰਜਾਬ ਵਿੱਚ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਜੀ ਬਿਲਕੁਲ। ਸਭ ਤੋਂ ਪਹਿਲਾਂ ਸੈਂਡੀ ਗਿੱਲ ਜੀ ਤੁਹਾਡੇ ਕੋਲ ਆਉਂਦੇ ਹਾਂ। ਮੈਨੂੰ ਇਹ ਦੱਸੋ ਕਿ 18 ਜੂਨ ਨੂੰ ਜਿਹੜਾ ਇਹ ਹਰਜੀਤ ਨਿੱਜਰ ਦਾ ਉੱਥੇ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ, ਉਸ ਤੋਂ ਬਾਅਦ ਹੁਣ ਇਹ ਮੁੱਦਾ ਉਠਾਇਆ ਜਾਣਾ ਜਾਂ ਫਿਰ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ G20 'ਚ ਆ ਕੇ ਮੁੱਦਾ ਉਠਾਉਣਾ ਜਾਂ ਫਿਰ ਉੱਥੇ ਜਾ ਕੇ ਵਾਪਸ ਇਹ ਮੁੱਦਾ ਉਠਾਉਣਾ, ਕੀ ਸਮਝਦੇ ਹੋ? ਕਿਸ ਤਰੀਕੇ ਦੀ ਇਸ ਫੈਸਲੇ ਨੂੰ ਜਾਂ ਇਸ ਬਿਆਨ ਨੂੰ ਲੈਂਦੇ ਹੋ? ਭੁਪਾਲ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਬਹੁਤ ਜ਼ਿਆਦਾ ਨਾਜ਼ੁਕ ਸੈਂਸਿਟਿਵ ਮੁੱਦਾ,
ਇਹ ਕਿਸੇ ਇੱਕ ਕਮਿਊਨਿਟੀ ਨਾਲ ਆਪਾਂ ਜੋੜ ਕੇ ਨਹੀਂ ਵੇਖ ਸਕਦੇ ਕਿ ਇਹਨਾਂ ਨੂੰ ਇਹਦੇ ਨਾਲ ਸਾਡੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਅਸਰ ਪਏਗਾ, ਬਲਕਿ ਜਦੋਂ ਇਹ ਦੇਸ਼ਾਂ ਦੇ ਵੱਡੇ ਮੁੱਦੇ ਉੱਠਦੇ ਨੇ ਇਹੋ ਜਿਹੇ, ਉਹ ਵੀ ਬੜੇ ਨਾਜ਼ੁਕ ਮੁੱਦੇ ਉੱਠਦੇ ਆ, ਅਤੇ ਉਹਦੇ ਨਾਲ ਦੇਸ਼ਾਂ ਨੂੰ ਫਰਕ ਪੈਂਦਾ ਅਤੇ ਬਿਜ਼ਨਸ ਕਾਰੋਬਾਰ 'ਤੇ ਇਹਦੇ ਨਾਲ ਪ੍ਰਭਾਵਿਤ ਹੁੰਦਾ। ਲੇਕਿਨ ਦੇਸ਼ ਜਿਹੜੇ ਵੱਡੇ ਵੱਡੇ ਦੇਸ਼ ਆ, ਸਭ ਤੋਂ ਵੱਡਾ ਇਸ ਟਾਈਮ ਸਾਡਾ ਜੇ ਲਾ ਲਈਏ ਆਬਾਦੀ ਦੇ ਤੌਰ 'ਤੇ ਤਾਂ ਹਿੰਦੁਸਤਾਨ ਜਾਂ ਇੰਡੀਆ ਸਾਡਾ ਸਭ ਤੋਂ ਵੱਡਾ, ਅਤੇ ਕੈਨੇਡਾ ਦਾ ਵੀ ਆਪਣਾ ਮੁਕਾਮ ਆ। ਇਸ ਕਰਕੇ ਇਹ ਦੇਸ਼ ਪ੍ਰਭਾਵਿਤ ਹੁੰਦੇ ਨੇ। ਜਦੋਂ ਉੱਥੇ ਨਿੱਜਰ ਦੀ ਮੌਤ ਹੋਈ ਹੈ, ਹੁਣ ਵੇਖੋ ਉਹਨੂੰ ਮਾਰਿਆ ਗਿਆ, ਕਿਸ ਨੇ ਮਾਰਿਆ ਜਾਂ ਕਿਹਨੇ ਮਾਰਿਆ, 18 ਜੂਨ ਦੀ ਗੱਲ ਹੈ। ਕਹਿੰਦੇ ਨੇ ਵੀ ਉੱਥੇ ਕ੍ਰਾਈਮ ਘੱਟ ਆ ਜਾਂ ਉੱਥੇ ਬੜਾ ਸਾਡੇ ਨਾਲੋਂ ਬੜੇ ਅਗਾਂਹ ਨੇ ਉਹ ਦੇਸ਼, ਅਤੇ ਉਹ ਅੱਜ ਤੱਕ 18 ਜੂਨ ਤੋਂ ਲੈ ਕੇ ਤੇ ਅੱਜ ਤੱਕ ਉਹ ਲੱਭ ਤੇ ਸਕੇ ਨਹੀਂ। ਕੈਮਰੇ ਲੱਗੇ, ਸਭ ਕੁਝ ਹੋਇਆ। ਜੇ ਮੰਨ ਲਓ ਕਿ ਕਿਸੇ ਏਜੰਸੀ ਜਾਂ ਕਿਸੇ ਦੇਸ਼ ਨੇ ਕਰਵਾਇਆ ਤੇ ਉਹ ਲੱਭ ਲੈਂਦੇ, ਉਹ ਲੱਭ ਸਕਦੇ ਸੀ। ਉਹ ਜੇ ਕੋਈ ਅਮਰੀਕਾ ਕੈਨੇਡਾ ਇਹੋ ਜਿਹੀ ਵਾਰਦਾਤ ਹੁੰਦੀ ਤਾਂ ਅੱਗੇ ਲੋਕ ਫੜਦੇ ਹੀ ਨੇ, ਜਿਹੜੇ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਜਿੱਦਾਂ ਵੀ ਕਰਦੇ ਨੇ ਉਹ ਫੜਦੇ ਨੇ। ਫੜਨਾ ਚਾਹੀਦਾ ਸੀ। ਸਰਕਾਰ ਉਹਦੇ 'ਚ ਕੈਨੇਡਾ ਦੀ ਨਾਕਾਮ ਰਹੀ। ਹੁਣ ਸਭ ਤੋਂ ਵੱਡੀ ਇਹ ਗੱਲ ਆ ਕਿ ਉੱਥੇ ਟਰੂਡੋ ਜਿਹੜੇ ਨੇ ਉਹ ਭਾਰਤੀ ਖੇਮੇ ਨਾਲ ਜੁੜੇ ਜ਼ਰੂਰ ਨੇ। ਬਹੁਤ ਸਾਰੇ ਉੱਥੇ ਹਿੰਦੁਸਤਾਨ ਦੇ ਸਾਡੇ ਪੰਜਾਬੀ ਭਰਾ ਵੀ ਨੇ, ਬਾਕੀ ਹਿਮਾਚਲ 'ਚੋਂ, ਹਰਿਆਣੇ 'ਚੋਂ, ਸਾਊਥ ਇੰਡੀਅਨ ਬਹੁਤ ਨੇ ਉੱਥੇ, ਅਤੇ ਇਹ ਕਮਿਊਨਿਟੀ ਬਹੁਤ ਜ਼ਿਆਦਾ ਵਾ। ਲੇਕਿਨ ਜਿਹੜਾ ਇਹ ਟਰੂਡੋ ਸਾਹਿਬ ਲਈ ਇੱਕ ਜਿਹੜੀ ਮਜਬੂਰੀ ਬਣ ਗਈ ਬਿਆਨ ਦੇਣਾ, ਉਹ ਇਹ ਸਮਝਿਆ ਜਾ ਰਿਹਾ, ਜਿਹੜੇ ਸਿਆਸੀ ਹਲਕਿਆਂ 'ਚ ਇਹਦੀ ਬੜੀ ਸਰਗਰਮ ਚਰਚਾ ਵਾ ਕਿ ਉੱਥੇ ਚੋਣਾਂ ਨੇ, ਅਤੇ ਜਦੋਂ ਕਿਤੇ ਚੋਣਾਂ ਹੁੰਦੀਆਂ ਨੇ ਅਤੇ ਜਿਹੜੀਆਂ ਵੀ ਸਿਆਸੀ ਪਾਰਟੀਆਂ ਨੇ ਜਾਂ ਸਿਆਸੀ ਦਿੱਗਜ ਲੀਡਰ ਨੇ, ਉਹ ਆਪਣਾ ਆਪ ਦਾਅ 'ਤੇ ਲਗਾ ਲੈਂਦੇ ਆ। ਅਤੇ ਜੇ ਉਹਨਾਂ ਨੇ ਕੋਈ ਆਪਣੇ ਕਾਰਜਕਾਲ ਵਿੱਚ ਕਮੀਆਂ ਪੇਸ਼ੀਆਂ ਨੂੰ ਲੁਕਾਉਣਾ ਹੁੰਦਾ, ਅਤੇ ਫਿਰ ਉਹ ਇਹੋ ਜਿਹਾ ਕੋਈ ਨਾਜ਼ੁਕ ਮੁੱਦਾ ਫੜਦੇ ਨੇ ਜਿਹੜਾ ਸਿੱਧਾ ਸਟਰਾਈਕ ਕਰਦਾ, ਅਟੈਕ ਕਰਦਾ ਇੱਕ ਵੋਟਰਾਂ 'ਤੇ। ਉਹ ਫਿਰ ਉਹੋ ਜਿਹਾ ਮੁੱਦਾ ਉਠਾਉਂਦੇ ਨੇ ਕਿ ਜਿਹਦੇ ਨਾਲ ਸਾਨੂੰ ਜਿਹੜੇ ਲੋਕ ਨੇ ਹਮਦਰਦੀ ਦੀ ਵੋਟ ਸਾਨੂੰ ਮਿਲੇ। ਇਹ ਇੱਕ ਬੜਾ ਵੱਡਾ ਕਾਰਨ ਹੈ ਕਿ ਟਰੂਡੋ ਨੇ ਇਹ ਕੰਮ ਕੀਤਾ। ਬਾਕੀ ਇਹਦੇ ਥੋੜ੍ਹਾ ਪਿੱਛੇ ਸਾਰਾ ਅੱਗੇ ਵੀ ਡਿਸਕਸ਼ਨ ਆਪਾਂ ਕਰਦੇ ਹਾਂ, ਅਤੇ ਜਿੱਦਾਂ ਤੁਸੀਂ ਸਵਾਲ ਕਰੀ ਜਾਓਗੇ ਆਪਾਂ ਉਹਦੇ ਜਵਾਬ ਦੇਈ ਜਾਓ। ਸਵਾਲ ਇੱਕ ਇਹ ਵੀ ਇੱਥੇ ਖੜਾ ਹੋ ਜਾਂਦਾ ਹੈ ਵੀ ਸਿਰਫ ਹਰਦੀਪ ਨਿੱਜਰ ਦੇ ਹੀ ਇਸ ਕਤਲ ਨੂੰ ਲੈ ਕੇ ਕਿਉਂ ਇਹ ਮੁੱਦਾ ਉਠਾਇਆ ਗਿਆ, ਕਿਉਂਕਿ ਉਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ 15 ਦੇ ਕਰੀਬ ਐਸੀਆਂ ਘਟਨਾਵਾਂ ਕੈਨੇਡਾ ਦੇ ਵਿੱਚ ਵਾਪਰੀਆਂ ਨੇ ਜਿੱਥੇ ਜਿਹੜੀਆਂ ਉੱਥੇ ਕਮਿਊਨਿਟੀ ਰਹਿ ਰਹੀਆਂ ਨੇ, ਚਾਹੇ ਉਹ ਸਿੱਖ ਕਮਿਊਨਿਟੀ ਨੇ ਜਾਂ ਫਿਰ ਭਾਰਤ ਦੇ ਹੋਰ ਸਟੇਟਾਂ ਦੇ ਉੱਥੇ ਕਮਿਊਨਿਟੀ ਰਹਿ ਰਹੀਆਂ ਨੇ, ਉਹਨਾਂ ਦੇ ਉੱਤੇ ਹਮਲੇ ਹੋਏ ਨੇ। ਉਹਨਾਂ ਦੇ ਵਿੱਚ ਤੇ ਉੱਥੋਂ ਦੀ ਟਰੂਡੋ ਸਰਕਾਰ ਹਾਲੇ ਤੱਕ ਕੁਝ ਵੀ ਨਹੀਂ ਸਾਹਮਣੇ ਲਿਆ ਪਾਈ ਜਾਂ ਕੋਈ ਵੀ ਦੋਸ਼ੀ ਨੂੰ ਨਹੀਂ ਫੜ ਪਾਈ, ਅਤੇ ਕੇਵਲ ਇੱਕ ਹਰਦੀਪ ਨਿੱਜਰ ਦੇ ਇਸ ਮਾਮਲੇ ਨੂੰ ਲੈ ਕੇ ਕਿਉਂ ਇੰਨਾ ਵਾਵਰੋਲਾ ਜਿਹੜਾ ਉਠਾਇਆ ਜਾ ਰਿਹਾ। ਸਵਾਲ ਤਾਂ ਇਹ ਵੀ ਖੜਾ ਹੁੰਦਾ ਵੀ ਫਿਰ ਉਹ 15 ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਵਿੱਚ ਕਿਉਂ ਨਹੀਂ ਕਦਮ ਕੋਈ ਚੁੱਕਿਆ ਗਿਆ। ਨਹੀਂ, ਵੇਖੋ ਮੈਂ ਤੁਹਾਨੂੰ ਇਹੋ ਗੱਲ ਕਹੀ ਕਿ ਜਦੋਂ ਸਰਕਾਰ ਨਵੀਂ ਬਣਨ ਵਾਲੀ ਜਾਂ ਚੋਣਾਂ ਹੁੰਦੀਆਂ, ਉਦੋਂ ਡਿਸਕਸ਼ਨ ਜਿਹੜੀ ਹੈ, ਆਵਾਮ ਚਰਚਾ, ਖੁੰਡ ਚਰਚਾ, ਸੱਥਾਂ ਦੀ ਚਰਚਾ, ਨੁੱਕੜ ਮੀਟਿੰਗਾਂ ਹੁੰਦੀਆਂ, ਉਹਦੇ 'ਚ ਇਹੀ ਗੱਲ ਚਰਚਾ ਹੁੰਦੀ ਹੈ ਵੀ ਸਰਕਾਰ ਦੀਆਂ 5 ਸਾਲ ਕੀ ਨਾਕਾਮੀਆਂ ਰਹੀਆਂ ਨੇ ਅਤੇ ਕੀ ਇਹਦੀਆਂ ਪ੍ਰਾਪਤੀਆਂ ਰਹੀਆਂ ਨੇ। ਹੁਣ ਜ਼ਿਆਦਾ ਟਰੂਡੋ ਕੋਲ ਕੁਛ ਕਰਨ ਲਈ ਬਹੁਤ ਕੁਛ ਹੈ ਨਹੀਂ, ਅਤੇ ਟਰੂਡੋ ਨੇ ਹੁਣ ਟਰੂਡੋ ਨੂੰ ਕੁਛ ਨਾ ਕੁਛ ਚਾਹੀਦਾ ਸੀ, ਅਤੇ ਉਹਨੇ ਵੇਖਿਆ ਕਿ G20 ਜਿਹੜਾ ਵਾ ਇੱਕ ਬੜਾ ਵੱਡਾ ਪਲੇਟਫਾਰਮ ਸੀਗਾ, ਅਤੇ ਉੱਥੇ ਉਹਨੇ ਸਿੱਖ ਕਮਿਊਨਿਟੀ, ਕਿਉਂਕਿ ਉੱਥੇ ਸਿੱਖ ਬਹੁਤ ਜ਼ਿਆਦਾ ਨੇ, ਪੰਜਾਬੀ ਜ਼ਿਆਦਾ ਨੇ, ਉਹਨੇ ਵੇਖਿਆ ਜੇ ਮੈਂ ਅਦਰਸ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਕਿ 15 ਘਟਨਾਵਾਂ ਹੋਣ ਨੇ, ਉਹ ਕਿਸੇ ਵੀ ਹੋਰ ਘਟਨਾਵਾਂ ਨੂੰ ਲੈਂਦਾ ਅਤੇ ਉਨੀ ਜਲਦੀ ਉਹ ਗੱਲ ਫੈਲਦੀ ਨਹੀਂ, ਕਿਉਂਕਿ ਇੰਡੀਆ 'ਚ ਆਇਆ, ਇੰਡੀਆ ਦੀ ਧਰਤੀ ਆਇਆ, ਅਤੇ ਇੰਡੀਆ ਕਲੀਅਰ ਕੱਟ ਹੈ ਕਿ ਸਾਡਾ ਮੁਲਕ ਜਿਹੜਾ ਉਹ ਅੱਤਵਾਦ ਦੇ ਬਿਲਕੁਲ ਖਿਲਾਫ ਹੈ, ਅਤੇ ਸਰਕਾਰਾਂ ਦੋ ਟੁੱਕ ਕਰ ਵੀ ਚੁੱਕੀਆਂ ਨੇ ਅੱਗੇ ਗੱਲ ਇਹ ਹੈ ਨਾ ਵੀ ਵਿਦੇਸ਼ ਦੀ ਧਰਤੀ 'ਤੇ ਬੈਠੇ ਕੁਛ ਲੋਕ ਆਪਣੇ ਆਪ ਨੂੰ ਆਜ਼ਾਦੀ ਦਾ ਨਾਮ ਦੇ ਕੇ ਜਾਂ ਜੋ ਵੀ ਉਹ ਆਪਾਂ ਕਿ ਸਾਡਾ ਅੱਜ ਖਾਲਿਸਤਾਨ ਵਿਸ਼ਾ ਨਹੀਂ ਗਾ, ਉੱਤੇ ਆਪਾਂ ਫੇਰ ਕਿਤੇ ਗੱਲ ਕਰਦੇ ਹਾਂ। ਲੇਕਿਨ ਜਿਹੜਾ ਟਰੂਡੋ ਨੂੰ ਇੱਕ ਪਲੇਟਫਾਰਮ ਮਿਲ ਗਿਆ G20, 9-10 ਤਰੀਕ ਨੂੰ ਉੱਥੇ ਉਹ ਸਟੇਟਮੈਂਟ ਉਹਨੇ ਇਹੀ ਵੇਖ ਕੇ ਦਿੱਤੀ ਕਿ ਪੰਜਾਬੀਆਂ ਦਾ ਸਾਡੇ ਉੱਥੇ ਦਬਦਬਾ ਹੈ। ਪੰਜਾਬੀ ਸਭ ਤੋਂ ਵੱਡੀ ਗੱਲ ਭੁਪਾਲ ਸਿੰਘ ਜੀ, ਜਿਹੜੀ ਉਹਨਾਂ ਦੀ ਆਪੋਜੀਸ਼ਨ ਆ ਟਰੂਡੋ ਦੀ, ਸਭ ਤੋਂ ਮੇਨ ਉਹਦਾ ਹੈੱਡ ਜਿਹੜਾ ਉਹ ਪੰਜਾਬੀ। ਹੁਣ ਜੇ ਉਹ ਫਿਰ ਉਹ ਹੈ ਸਿੱਖ ਆ, ਉਹ ਪੂਰਨ ਸਿੰਘ ਆ, ਹੈ ਨਾ, ਸਿੱਖ ਨਹੀਂ ਸਿੰਘ ਆ ਉਹ ਪੂਰਾ, ਅਤੇ ਗੁਰੂ ਦਾ ਸਿੰਘ ਆ ਉਹ। ਹੁਣ ਜੇਕਰ ਉਹ ਮਸਲਾ ਉਠਾਉਂਦੇ ਨੇ ਕਿ ਇੱਥੇ ਜੀ ਸਰਦਾਰਾਂ ਨੂੰ ਮਾਰਿਆ ਜਾ ਰਿਹਾ ਜਾਂ ਪੰਜਾਬੀਆਂ ਨੂੰ ਮਾਰਿਆ ਜਾ ਰਿਹਾ, ਅਤੇ ਕਿਤੇ ਨਾ ਕਿਤੇ ਉਹ ਦੁੱਖ ਦੀ ਰੱਗ ਆ ਇਹਦੇ ਵਾਸਤੇ, ਟਰੂਡੋ ਵਾਸਤੇ। ਹੁਣ ਉਹਨੂੰ ਬੜਾ ਵਧੀਆ ਮੌਕਾ ਸੀਗਾ ਵੀ ਮੈਂ ਇੱਕ ਤੀਰ ਨਾਲ ਕਈ ਨਿਸ਼ਾਨੇ ਕਰ ਲਾਂਗਾ, ਇਹ ਇੰਡੀਆ ਨੂੰ ਵੀ ਸਵਾਲ ਪੁੱਛ ਲਾਂਗਾ, ਆਪਣੇ ਦੇਸ਼ 'ਚ ਵੀ ਆਪਣੇ ਕਹਾਂਗਾ ਕਿ ਸਾਡੇ ਦੇਸ਼ ਦਾ ਨਾਗਰਿਕ ਸੀਗਾ ਹਰਦੀਪ ਸਿੰਘ ਨਿੱਜਰ, ਅਤੇ ਮੈਂ ਆਪਣੇ ਨਾਗਰਿਕ ਦੀ ਵੀ ਰੱਖਿਆ ਕਰ ਲਈ, ਅਤੇ ਆਪੋਜੀਸ਼ਨ ਨੂੰ ਵੀ ਜਵਾਬ ਦੇ ਦਿੱਤਾ। ਇਸ ਕਰਕੇ ਉਹਨਾਂ ਇੱਥੇ ਸਟੇਟਮੈਂਟ ਦਿੱਤੀ। ਪਰ
ਉਹਦੀ ਬਦਕਿਸਮਤੀ ਲਾ ਲਓ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਸਾਡੇ ਜਿਹੜੇ ਵਿਦੇਸ਼ ਮੰਤਰੀ ਸੀ, ਉਹਨਾਂ ਨੇ ਇਸ ਗੱਲ ਨੂੰ ਤਵੱਜੋ ਨਹੀਂ ਦਿੱਤੀ G20 ਤੇ ਉਹਨਾਂ ਨੇ ਸਿਰੇ ਤੋਂ ਨਕਾਰਤਾ। ਟਰੂਡੋ ਨੇ ਉੱਥੇ ਕਿਹਾ ਸੀ ਕਿ ਸਾਡਾ ਦੇਸ਼ ਚਾਹੁੰਦਾ ਹੈ ਕਿ ਸਾਡੇ ਨਾਗਰਿਕਾਂ ਦੀ ਆਜ਼ਾਦੀ ਨੂੰ ਮੁੱਖ ਰੱਖਦੇ ਹੋਏ ਤੁਸੀਂ ਜਿਹੜਾ ਉੱਥੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਉਹਦੀ ਤੁਸੀਂ ਇੱਥੇ ਜਾਂਚ ਕਰੋ, ਤੇ ਉਹ ਵੀ ਜਾਂਚ ਬੜੀ ਬਰੀਕੀ ਤੇ ਗੰਭੀਰਤਾ ਨਾਲ ਕਰੋ। ਹੁਣ ਇਹਨਾਂ ਨੇ ਉਹਨੂੰ ਕੋਰਾ ਜਵਾਬ ਦੇ ਦਿੱਤਾ ਵੀ ਇੱਕ ਜਿਹੜਾ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੈ ਜਾਂ ਜਿਹਦੇ ਤੇ 10 ਲੱਖ ਦਾ ਇਨਾਮ ਰੱਖਿਆ, ਅਸੀਂ ਉਹਦੇ ਕਤਲ ਦੀ ਕਿਉਂ ਛਾਣਬੀਨ ਕਰੀਏ? ਅਸੀਂ ਨਹੀਂ ਕਰਨਾ ਇਹ ਕੰਮ। ਇਹ ਸਗੋਂ ਤੁਸੀਂ ਉਹਨਾਂ ਉਲਟਾ ਇੰਡੀਆ ਨੇ ਉਹਨੂੰ ਕਿਹਾ ਕਿ ਤੁਸੀਂ ਸਾਡੇ ਜਿਹੜਾ ਅੰਦਰੂਨੀ ਜਿਹੜਾ ਦੇਸ਼ 'ਚ ਉਹ ਦਖਲ ਦਿੰਦੇ ਹੋ, ਤੁਹਾਡੇ ਦੇਸ਼ 'ਚ ਬੈਠ ਕੇ ਸਾਡੇ ਦੇਸ਼ ਦੇ ਵਿਰੁੱਧ ਗਤੀਵਿਧੀਆਂ ਜਿਹੜੀਆਂ ਉਹ ਅਪਣਾਈਆਂ ਜਾਂਦੀਆਂ, ਜਿਹੜੀਆਂ ਕਿ ਸਿਰੇ ਤੋਂ ਨਕਾਰਨ ਵਾਲੀਆਂ ਨੇ, ਤੇ ਇਹ ਕਿਸੇ ਤਰ੍ਹਾਂ ਵੀ ਪਬਲਿਕ ਇੰਟਰਸਟ 'ਚ ਨਹੀਂ ਜਾਂਦੀਆਂ। ਇਹ ਗੱਲ ਹੁਣ ਟਰੂਡੋ ਇੱਥੋਂ ਗਿਆ, ਐਡੇ ਵੱਡੇ ਪ੍ਰੋਗਰਾਮ 'ਚੋਂ ਗਿਆ, ਉਹਨੇ ਵੇਖਿਆ ਵੀ ਮੈਂ ਤਾਂ ਗੱਲ ਕਰਨ ਆਇਆ ਸੀ ਆਪਣੀ ਲੋਕਾਂ ਦੀ ਸਿੰਪਤੀ ਲੈਣ ਵਾਸਤੇ, ਤੇ ਮੈਨੂੰ ਸਿੰਪਤੀ ਤਾਂ ਮਿਲੀ ਨਹੀਂ, ਉਲਟਾ ਇਹਨਾਂ ਨੇ ਪ੍ਰੋਪੇਗੈਂਡਾ ਦੂਜਾ ਕਰਤਾ। ਤੇ ਇਹ ਕਿਉਂਕਿ G20 ਇਕੱਲਾ 20 ਦੇਸ਼ਾਂ ਦਾ ਨਹੀਂ, ਪੂਰੇ ਵਿਸ਼ਵ ਵਿੱਚ ਇਹਦਾ ਜਾਣਾ ਸੀਗਾ, ਤੇ ਭਾਰਤ ਪਹਿਲੀ ਵਾਰੀ ਇਹਦੀ ਮੇਜ਼ਬਾਨੀ ਕਰ ਰਿਹਾ ਸੀ। ਸੋ ਇਸ ਕਰਕੇ ਪਲੇਟਫਾਰਮ ਵੱਡਾ ਸੀ। ਉਹਨੇ ਵੇਖਿਆ ਕਿ ਮੇਰੀ ਕਿਰਕਰੀ ਹੋਏਗੀ, ਉਹਨਾਂ ਜਾ ਕੇ ਆਪਣੀ ਉੱਥੇ ਲੋਕ ਸਭਾ ਜਿਹੜੀ ਉਹਨਾਂ ਦੀ ਸਭਾ ਉੱਥੇ ਉਹਨਾਂ ਨੇ ਆਪਣੀ ਪਾਰਲੀਮੈਂਟ ਉੱਥੇ ਜਾ ਕੇ ਉਹਨਾਂ ਨੇ ਉਹ ਬਿਆਨ ਦਿੱਤਾ, ਜਦ ਕਿ ਪ੍ਰੋਟੋਕਾਲ ਕਹਿੰਦਾ ਜਾਂ ਇੱਕ ਜਿਹੜਾ ਲਾਅ ਕਹਿੰਦਾ ਕਿਸੇ ਦੇਸ਼ ਦਾ ਵੀ, ਜਾਂ ਉੱਦਾਂ ਵੀ ਜੈਨੂਅਨ ਤੌਰ 'ਤੇ ਆਮ ਅਮੂਮਨ ਵੇਖਿਆ ਜਾਏ ਤੇ ਵਿਦੇਸ਼ ਮੰਤਰਾਲਾ ਜਿਹੜਾ ਇਹੋ ਜਿਹਾ ਮੰਗ ਕਰਦਾ ਕਿ ਜੇ ਉਹਨਾਂ ਨੂੰ ਇੰਡੀਆ ਤੋਂ ਕੋਈ ਪ੍ਰੋਬਲਮ ਸੀ ਜਾਂ ਕੁਝ ਕਿਸੇ ਤਰ੍ਹਾਂ ਦੀ, ਭਾਵੇਂ ਹਰਦੀਪ ਸਿੰਘ ਨਿੱਜਰ ਦੀ ਬਾਰੇ ਜਾਂ ਹੋਰ ਕੋਈ ਜਾਂਚ ਚਾਹੁੰਦੇ ਸੀ, ਉਹ ਇੱਕ ਉੱਥੋਂ ਲੈਟਰ ਜਾਰੀ ਕਰਦੇ, ਵਿਦੇਸ਼ ਮੰਤਰਾਲਾ ਲੈਟਰ ਜਾਰੀ ਕਰਕੇ ਇਹਨਾਂ ਨੂੰ ਬਕਾਇਦਾ, ਕਿਉਂਕਿ ਵਰਬਲੀ ਕੋਈ ਬਿਆਨ ਨਹੀਂ, ਇਹੋ ਜਿਹੇ ਸੈਂਸਿਟਿਵ ਮੁੱਦੇ 'ਤੇ ਆਪਾਂ ਜ਼ਬਾਨੀ ਜੋ ਮਰਜ਼ੀ ਬੋਲ ਦਈਏ, ਉਹ ਸਾਨੂੰ ਰਿਟਨ ਚਾਹੀਦਾ। ਰਿਟਨ ਜਿਹੜਾ ਉਹ ਸਬੂਤ ਹੁੰਦੇ ਨੇ, ਰਿਟਨ ਇਸੇ ਪੁਆਇੰਟ 'ਤੇ ਮੈਂ ਆਉਣ ਲੱਗਾ ਸੈਂਡੀ ਜੀ। ਜਿਸ ਤਰੀਕੇ ਨਾਲ ਤੁਸੀਂ ਇਹ ਕਿਹਾ ਕਿ ਰਿਟਨ ਸਬੂਤ ਵੀ ਸਾਹਮਣੇ ਹੋਣੇ ਚਾਹੀਦੇ ਆ, ਟਰੂਡੋ ਨੇ ਜਦੋਂ ਇਹ ਬਿਆਨ ਦਿੱਤਾ ਤੇ ਉਹਨਾਂ ਦੇ ਆਪੋਜੀਸ਼ਨੀ ਪਾਰਟੀ ਦੇ ਇੱਕ ਲੀਡਰ ਨੇ ਬਿਆਨ ਦਿੱਤਾ ਕਿ ਇਹ ਇਸ ਤਰੀਕੇ ਦਾ ਜਿਹੜਾ ਜ਼ਬਾਨੀ ਬਿਆਨ ਆ ਉਹ ਤੇ ਕੋਈ ਵੀ ਦੇ ਸਕਦਾ, ਜੇ ਉਹਨਾਂ ਦੇ ਕੋਲ, ਟਰੂਡੋ ਦੇ ਕੋਲ ਕੋਈ ਸਬੂਤ ਨੇ ਪੁਖਤਾ, ਤੇ ਉਹ ਜਨਤਾ ਦੇ ਸਾਹਮਣੇ ਰੱਖਣ, ਨਾ ਕਿ ਜ਼ਬਾਨੀ ਕਿਸੇ ਦੇ ਉੱਤੇ ਜਾਂ ਕਿਸੇ ਦੇਸ਼ ਉੱਤੇ ਬਲੇਮ ਲਗਾਉਣ। ਅਗਰ ਕੋਈ ਸਬੂਤ ਨੇ ਤਾਂ ਉਹ ਸਾਹਮਣੇ ਰੱਖਣ। ਇਸ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਭੋਪਾਲ ਜੀ, ਤੁਹਾਡੇ ਕੁਐਸਚਨ ਵਿੱਚੋਂ ਹੀ ਇਹਦਾ ਜਵਾਬ ਆ ਕਿ ਇਹੋ ਹੀ ਟਰੂਡੋ ਦੀ ਪਾਲਿਸੀ ਕੀ ਸੀ ਚੋਣਾਂ। ਉਹ ਐਡਾ ਹਮਦਰਦੀ ਸੀ ਤੇ ਉਹ ਪਹਿਲਾਂ ਕਿਉਂ ਨਹੀਂ ਉਹਨੇ ਕਰ ਲਿਆ? ਪਹਿਲਾਂ 15 ਘਟਨਾਵਾਂ ਵਾਪਰੀਆਂ ਨੇ। ਹੋਰ ਜੂਨ ਦੀ ਵਾਰਦਾਤ ਹੋਈ ਹੈ, ਉਸ ਤੋਂ ਇਨ ਬਿਟਵੀਨ ਬਿਫੋਰ ਆਫਟਰ ਕਿੰਨੀਆਂ ਵਾਰਦਾਤਾਂ ਹੋ ਗਈਆਂ, ਉਦੋਂ ਕਿਉਂ ਨਹੀਂ ਬੋਲਿਆ? ਤੁਹਾਨੂੰ ਮੈਂ ਦੱਸਿਆ ਕਿ ਜਿਹੜਾ G20 ਸੀ ਬੜਾ ਤਗੜਾ ਪਲੇਟਫਾਰਮ ਸੀ, ਪਲੇਟਫਾਰਮ ਚੰਗਾ ਮਿਲਿਆ, ਉੱਥੇ ਗੱਲ ਰੱਖੀ, ਉੱਥੋਂ ਨਕਾਰੇ ਗਏ। ਨਕਾਰਨ ਤੋਂ ਬਾਅਦ ਜਾ ਕੇ ਉੱਥੇ ਉਹਨਾਂ ਲਿਖਤੀ, ਕਿਉਂਕਿ ਉਹਨਾਂ ਨੇ ਜੇ ਆਪੋਜੀਸ਼ਨ ਨੇ ਮੰਗਿਆ ਲਿਖਤੀ, ਇਹੋ ਤੁਹਾਨੂੰ ਮੈਂ ਕਹਿ ਰਿਹਾ ਕਿ ਇਹਨਾਂ ਦੇ ਵਿਦੇਸ਼ ਮੰਤਰਾਲੇ ਨੂੰ ਲਿਖਤੀ ਸਾਡੇ ਵਿਦੇਸ਼ ਮੰਤਰਾਲੇ ਨੂੰ ਭੇਜਣਾ ਚਾਹੀਦਾ ਸੀ ਕਿ ਸੋ ਐਂਡ ਸੋ ਸਾਨੂੰ ਆਹ ਪ੍ਰੋਬਲਮ ਸਾਨੂੰ ਆ ਰਹੀਆਂ, ਸਾਡੇ ਧਿਆਨ ਵਿੱਚ ਆਇਆ, ਜਾਂ ਸਾਡੀਆਂ ਜਿਹੜੀਆਂ ਏਜੰਸੀਆਂ ਨੇ ਆਇਆ ਕਿ ਉਹ ਸਾਨੂੰ ਕਹਿ ਰਹੀਆਂ ਨੇ ਕਿ ਜਿਹੜਾ ਇੰਡੀਆ ਨੇ ਆ ਕਰਵਾਇਆ ਹੋ ਸਕਦਾ, ਸ਼ੱਕ ਜ਼ਿਆਦਾ, ਇਸ ਕਰਕੇ ਸਾਡੀ ਇੱਥੇ ਕਮਿਊਨਿਟੀ ਹੈ ਉਹ ਸਾਡੇ ਤੇ ਦਬਾਅ ਪਾ ਰਹੀ ਹੈ ਕਿ ਇਹਦੀ ਜਾਂਚ ਕਰਵਾਈ ਜਾਏ। ਇਹ ਵੀ ਤਰੀਕਾ ਸੀ, ਇੱਕ ਬੜਾ ਅੱਛਾ ਤਰੀਕਾ ਸੀ, ਜੇ ਪੁੱਛ ਸਕਦਾ ਕੋਈ ਵੀ ਦੇਸ਼ ਕਿਸੇ ਨੂੰ ਪੁੱਛ ਸਕਦਾ, ਲੇਕਿਨ ਉਹਨਾਂ ਨੇ ਜਾ ਕੇ ਫਿਰ ਵਰਬਲੀ ਦਿੱਤਾ, ਫਿਰ ਉਹਨਾਂ ਨੇ ਕੋਈ ਸਬੂਤ ਨਹੀਂ ਪੇਸ਼ ਕੀਤਾ, ਕਿਸੇ ਏਜੰਸੀ ਦਾ ਨਹੀਂ ਨਾਂ ਲਿਆ ਟਰੂਡੋ ਜੀ ਨੇ ਵੀ ਨਹੀਂ ਸਾਡੀ ਆਹ ਏਜੰਸੀ ਜਾਂ ਸਾਡੀ ਫਲਾਣੀ ਬੰਦੇ ਨੇ ਜਾਂ ਸਾਡੇ ਕੋਲ ਫਲਾਣੇ ਸਬੂਤ ਆ, ਤਾਂ ਅਸੀਂ ਜੇ ਦੇਸ਼ ਇੰਡੀਆ ਮੰਗੇਗਾ ਜਾਂ ਕੋਈ UNO ਜਾਂ ਕੋਈ ਹੋਰ ਦੇਸ਼ ਮੰਗਦੇ ਅਮਰੀਕਾ ਵਰਗੇ, ਤੇ ਅਸੀਂ ਉਹ ਰੱਖਣ ਨੂੰ ਤਿਆਰ ਆ। ਉਹਦੇ ਕੋਲ ਹੈ ਹੀ ਕੁਛ ਨਹੀਂ, ਸਿਰਫ ਉਹਨਾਂ ਗੱਲਾਂ ਦਾ ਕੜਾ ਤਿਆਰ ਕੀਤਾ ਤੇ ਉਹਨਾਂ ਸੋਚਿਆ ਵੀ ਇਹਦੇ ਨਾਲ ਸਾਨੂੰ ਸਿੰਪਤੀ ਮਿਲ ਗਈ, ਸਾਡੀ ਬੱਲੇ ਬੱਲੇ ਹੋ ਜਾਏਗੀ, ਲੇਕਿਨ ਉਹ ਦਾ ਜਿਹੜਾ ਖੇਡਿਆ ਉਲਟ ਪੈ ਗਿਆ। ਪਰ ਹੁਣ ਆਪਣੇ ਇਸੇ ਦਾ ਤੋਂ ਬਾਅਦ ਫਿਰ ਦੁਬਾਰਾ ਬਿਆਨ ਦੇ ਦਿੰਦੇ ਆ। ਪਹਿਲਾਂ ਤੇ ਬਲੇਮ ਲਗਾਉਂਦੇ ਆ ਭਾਰਤੀ ਸਰਕਾਰ ਤੇ, ਫਿਰ ਹੁਣ ਬਿਆਨ ਦਿੰਦੇ ਨੇ ਕਿ ਅਸੀਂ ਆਪਸੀ ਸਬੰਧ ਨਹੀਂ ਵਿਗਾੜਨਾ ਚਾਹੁੰਦੇ, ਅਸੀਂ ਆਪਸੀ ਸਬੰਧ ਜਿਹੜੇ ਨੇ ਉਹ ਸੁਹਾਵਣੇ ਰੱਖਣਾ ਚਾਹੁੰਦੇ ਹਾਂ। ਪਰ ਜੇ ਆਪਸੀ ਸਬੰਧ ਸੁਹਾਵਣੇ ਰੱਖਣਾ ਚਾਹੁੰਦੇ ਨੇ ਤੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਬਕਾਇਦਾ ਪ੍ਰੋਟੋਕਾਲ ਦੇ ਅਨੁਸਾਰ ਵਿਦੇਸ਼ ਮੰਤਰਾਲੇ ਨੂੰ ਲਿਖਤੀ ਦਿੰਦੇ ਤਾਂ ਫਿਰ ਕੁਛ ਗੱਲ ਅੱਗੇ ਚੱਲਦੀ, ਪਰ ਡਾਇਰੈਕਟਲੀ ਇਸ ਤਰ੍ਹਾਂ ਕਹਿ ਦੇਣਾ ਉਹ ਵੀ ਕਿਤੇ ਨਾ ਕਿਤੇ ਗਲਤ ਆ। ਪਰ ਹੁਣ ਕਹਿ ਰਹੇ ਨੇ ਕਿ ਅਸੀਂ ਇਹ ਆਪਣੇ ਸਬੰਧ ਜਿਹੜੇ ਨੇ ਉਹ ਸੁਹਾਵਣੇ ਰੱਖਣਾ ਚਾਹੁੰਦੇ ਹਾਂ, ਵਿਗਾੜਨਾ ਨਹੀਂ ਚਾਹੁੰਦੇ, ਅਸੀਂ ਕੇਵਲ ਭਾਰਤ ਤੇ ਦਬਾਅ ਬਣਾਉਣਾ ਚਾਹੁੰਦੇ ਹਾਂ ਕਿ ਉਹ ਇਹਦੇ ਉੱਤੇ ਜਾਂਚ ਕਰੇ। ਵੇਖੋ ਭੋਪਾਲ ਸਿੰਘ ਜੀ, ਜਿਹੜਾ ਦੇਸ਼ ਫਾਈਨੈਂਸ਼ਲੀ ਕਿਸੇ ਦੇਸ਼ ਤੇ ਡਿਪੈਂਡ ਹੋ ਜੇ ਨਾ, ਅੱਜ ਕੱਲ੍ਹ ਕੈਨੇਡਾ ਦੀ ਜਿਹੜੀ ਮਾਲੀ ਸਥਿਤੀ ਹੈ ਬਹੁਤੀ ਵਧੀਆ ਨਹੀਂ, ਉੱਥੇ ਕੰਮ ਨਹੀਂ ਮਿਲ ਰਿਹਾ, ਨੌਜਵਾਨ ਇੱਥੋਂ ਜਾ ਰਹੇ ਨੇ ਜਿਹੜੇ, ਜਾਂ ਉੱਥੇ ਲੋਕ ਵੀ ਨੇ ਉਹ ਵੀ ਬੜੇ ਦੁਖੀ ਨੇ, ਤੇ ਉਹਨਾਂ ਦਾ ਸਾਰਾ ਸਿਸਟਮ ਜਿਹੜਾ ਉਹ ਗੜਬੜਾ ਹੈ। ਹੁਣ ਅਜਿਹੇ ਵਿੱਚ ਪ੍ਰਧਾਨ ਮੰਤਰੀ ਇੱਕ ਤੀਰ ਚਲਾ ਤੇ ਬੈਠਾ, ਉਹਨੇ ਮਾਰਿਆ ਤੁੱਕਾ, ਉਹ ਪੈ ਗਿਆ ਉਲਟ।
ਹੁਣ ਉਹਨੂੰ ਉਹਦਾ ਜਿਹੜਾ ਡੈਮੇਜ ਕੰਟਰੋਲ ਸੀ ਉਹਨੂੰ ਕਵਰ ਕਰਨਾ ਪੈਣਾ ਸੀ। ਉਹ ਨਾ ਕਰਦਾ ਤੇ ਉਹ ਮਰਦਾ, ਕਿਉਂਕਿ ਜੇ ਤੁਸੀਂ ਵੇਖੋ, ਮੈਂ ਤੁਹਾਨੂੰ ਅੰਕੜਿਆਂ ਨਾਲ ਗੱਲ ਕਰਦਾ, ਮੈਂ ਕਿਉਂਕਿ ਮੈਂ ਹਮੇਸ਼ਾ, ਜੇ ਤੁਹਾਡੇ ਟੀਵੀ ਤੇ ਵੀ ਆਈ ਹੈ ਜਾਂ ਕਿਸੇ ਤੇ ਵੀ ਮੈਂ ਇੰਟਰਵਿਊ ਦੇਵਾਂ, ਮੈਂ ਬਿਨਾਂ ਅੰਕੜਿਆਂ ਤੋਂ ਗੱਲ ਨਹੀਂ ਕਰਦਾ, ਕਿਉਂਕਿ ਜੇ ਤੁਹਾਡੇ ਟੀਵੀ ਨੂੰ ਬਹੁਤ ਸਾਰੇ ਸਰੋਤੇ ਦੇਖਦੇ ਆ, ਬੜੇ ਸੂਝਵਾਨ ਸਰੋਤੇ ਵੇਖਦੇ ਆ। ਜੇ ਆਪਾਂ ਬੇਤੁਕੀਆਂ ਗੱਲਾਂ ਕਰੀ ਜਾਈਏ ਜਿਹੜੀਆਂ ਲੌਜਿਕ ਨਾ ਹੋਏ, ਜਿੰਨਾ ਤਰਕ ਨਾ ਹੋਏ, ਤੇ ਅਗਲੇ ਵੀ ਕਹਿੰਦੇ ਕਿ ਆਹ ਕੀ ਆ, ਨਿਆਣਿਆਂ ਵਾਲੀ ਡਿਬੇਟ ਜਿਹੜੀ ਚੱਲ ਰਹੀ ਹੈ। ਇਸ ਕਰਕੇ ਵੇਖੋ, ਜੇ ਆਪਾਂ ਇਹਨਾਂ ਦੀ ਵੇਖੀਏ ਤੇ ਪਿਛਲੇ 2021-22 ਵਿੱਚ 7 ਅਰਬ ਡਾਲਰ ਦਾ ਵਪਾਰ ਸਾਡੇ ਦੇਸ਼ ਨਾਲ ਹੋਇਆ ਸੀ, ਤੇ 22-23 ਵਿੱਚ ਇਹ 8.6 ਵੱਧ ਕੇ ਚਲਾ ਗਿਆ ਸੀ। ਹੁਣ ਤੁਸੀਂ ਦੱਸੋ ਕਿੰਨੇ ਅਰਬਾਂ ਖਰਬਾਂ ਦਾ ਇੱਕ ਦੇਸ਼ ਨਾਲ ਵਪਾਰ ਚੱਲ ਰਿਹਾ, ਤੇ ਅਸੀਂ ਸਿੱਧੇ ਤੌਰ ਤੇ ਉਹਦੇ ਨਾਲ ਨਾਰਾਜ਼ਗੀ ਲੈ ਕੇ ਤੇ ਆਪਾਂ ਕਿੱਦਾਂ ਕਰ ਸਕਦੇ ਹਾਂ? ਸਾਡੇ ਵੈਸੇ ਵੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਇੰਡੀਆ ਦੀ ਮੰਡੀ ਗਿਣੀ ਗਈ ਹੈ ਵਪਾਰਕ ਤੌਰ ਤੇ। ਵੇਖੋ, ਵਪਾਰਕ ਤੌਰ ਤੇ ਚੀਨ ਤੇ ਇੰਡੀਆ ਜਿਹੜਾ ਸਭ ਤੋਂ ਵਪਾਰਕ ਤੌਰ ਤੇ, ਕਿਉਂਕਿ ਹੈ ਹੀ, ਵੇਖੋ ਨਾ, ਇਹ 150 ਕਰੋੜ ਦੇ ਲਾਗੇ ਆਬਾਦੀ ਪਹੁੰਚਣ ਡਈ ਹੈ, ਤੇ ਓਬਵੀਅਸਲੀ ਜਦੋਂ ਇੰਨੀ ਆਬਾਦੀ ਹੋਏਗੀ ਤੇ ਉਹ ਦੇਸ਼ ਤੇ ਵਪਾਰਕ ਤੌਰ ਤੇ ਵੱਡੇ ਮੰਨੀ ਜਾਣਗੇ, ਕਿਉਂਕਿ ਕਿੰਨੇ ਦੇਸ਼ ਮਿਲਾ ਲਓ ਤੇ ਉਹਨਾਂ ਦੀ 150 ਕਰੋੜ ਨਹੀਂ ਬਣਦੀ, ਤੇ ਇਹਨਾਂ ਦੋਵਾਂ ਦੀ ਮਿਲਾ ਲਓ ਤੇ ਸਾਰੀ ਦੁਨੀਆ ਇੱਕ ਬੰਨੇ ਹੋ ਜਾਂਦੀ ਹੈ। ਇਸ ਕਰਕੇ ਜਦੋਂ ਇੰਨੀ ਆਬਾਦੀ ਦੀ ਗੱਲ ਹੋਏਗੀ ਉਦੋਂ ਤੇ ਇਹ ਗੱਲ ਸਾਹਮਣੇ ਆਏਗੀ। ਲੇਕਿਨ ਟਰੂਡੋ ਹੋਰੀ ਜਦੋਂ ਫਸ ਕੇ ਉਹਨਾਂ ਵੇਖਿਆ ਸਾਰਾ, ਵੇਖੋ ਹੁਣ ਉੱਥੇ ਜੇ ਆਪਾਂ ਦੂਜੇ ਅੰਕੜਿਆਂ ਤੇ ਧਿਆਨ ਮਾਰੀਏ ਕਿ ਪੰਜਾਬੀ ਜਿਹੜੇ ਆ, ਉਹਨਾਂ ਦੀ ਟੋਟਲ ਪਾਪੂਲੇਸ਼ਨ ਉੱਥੇ ਜਿਹੜੀ ਹੈ 9 ਲੱਖ ਤੇ 82,000, 9,42,000 ਉਹਨਾਂ ਦੀ, 82,000, ਤੇ ਉਹ ਤੁਸੀਂ ਵੇਖੋ ਕਿ 9,42,000, 82 ਨਹੀਂ ਜੀ, 42,000 ਤੇ 100 ਕੁਛ ਜਿਹੜੇ ਉਹਨਾਂ ਦੀ ਆਬਾਦੀ ਹੈ। ਉਹ ਆਬਾਦੀ ਵਿੱਚੋਂ 2.6% ਜਿਹੜੇ ਨੇ ਪੰਜਾਬੀ ਨੇ। ਪੰਜਾਬੀਆਂ ਦਾ ਬਣਦਾ ਲਗਭਗ 9 ਲੱਖ ਤੇ 42,000, 174 ਜਿਹੜੇ ਉਹਨਾਂ ਦੀ ਲਿਸਟ ਮੁਤਾਬਕ ਉੱਥੇ ਇਸ ਟਾਈਮ ਪੰਜਾਬੀ ਨੇ, ਤੇ 50,000 ਦੇ ਕਰੀਬ ਪੰਜਾਬੀ ਜਿਹੜਾ ਹਰ ਸਾਲ ਉੱਥੇ ਜਾ ਰਿਹਾ। ਤੇ ਹੁਣ ਜੇਕਰ ਆਪਾਂ ਉਹਨਾਂ ਦੇ ਅੰਕੜੇ ਜਿਹੜੇ ਬੋਲਦੇ ਨੇ ਨਾ, ਉਹਦੇ ਮੁਤਾਬਕ ਵੇਖੋ ਤੇ 12,500 ਕਰੋੜ ਰੁਪਈਆ ਜਿਹੜਾ ਹਰ ਸਾਲ ਉਹ ਸਿਰਫ ਤੇ ਸਿਰਫ ਵੀਜ਼ਿਆਂ ਤੋਂ ਤੇ ਜਿਹੜਾ ਟਰੈਵਲ ਤੋਂ, ਇਹ ਇਕੱਲੇ ਪੰਜਾਬ ਦਾ, ਬਾਕੀ ਸਾਰੇ ਇੰਡੀਆ ਦਾ ਨਹੀਂ, ਇਕੱਲੇ ਪੰਜਾਬ ਦਾ ਉੱਥੇ ਜਾ ਰਿਹਾ। ਤੇ ਉਹ ਤੁਸੀਂ ਵੇਖੋ ਕਿ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉੱਥੇ ਜਾ ਰਿਹਾ, ਪ੍ਰਭਾਵਿਤ ਨਾ ਹੋਏਗਾ ਜਦੋਂ ਇਹੋ ਜਿਹੀ ਗੱਲ ਕਰਨਗੇ। ਤੇ ਇੰਡੀਆ ਨੇ ਚੂੜੀਆਂ ਤੇ ਪਾਈਆਂ ਨਹੀਂ। ਇੱਕ ਬੰਦਾ ਆਣ ਕੇ ਕਹਿ ਦੇ ਜੀ ਤੁਸੀਂ ਆਹ ਕਰ ਰਹੇ ਹੋ, ਤੁਹਾਡਾ ਦੇਸ਼ ਗਲਤ ਹੈ। ਹੁਣ ਇੱਕ ਬੰਨੇ ਤੁਸੀਂ ਆਪ ਕਹਿ ਰਹੇ ਹੋ ਕਿ ਐਡਾ ਵੱਡਾ ਦੇਸ਼, ਐਡੀ ਵੱਡੀ ਇਕਾਨਮੀ, ਇੰਨਾ ਵੱਡਾ ਵਪਾਰ, ਇੱਕ ਦੇਸ਼ ਇਹਦੇ ਸਿਰ ਤੇ ਚੱਲ ਰਿਹਾ, ਤੇ ਉਹ ਅੱਖਾਂ ਕੱਢੇਗਾ ਤੇ ਸਾਡਾ ਦੇਸ਼ ਚੁੱਪ ਤੇ ਨਹੀਂ ਨਾ ਰਹੇਗਾ। ਜਵਾਬ ਦੇਣਾ ਤੇ ਬਣਦਾ ਸੀ, ਦਿੱਤਾ, ਠੋਕ ਕੇ ਦੇਣਾ ਚਾਹੀਦਾ ਸੀ। ਅਸੀਂ ਆਪਣੇ ਬਿਲਕੁਲ ਦੇਸ਼ ਦੇ ਨਾਲ ਆ, ਇਹ ਦੇਣਾ ਚਾਹੀਦਾ ਸੀ ਜਵਾਬ। ਇਸ ਤੋਂ ਵੀ ਕਰਾਰਾ ਵੇਖੋ, ਉਹਨਾਂ ਨੇ ਡਿਪਲੋਮੇਟ ਕੱਢਤਾ ਪੈਂਦੀ ਸੱਟੇ। ਉਹ ਫੈਸਲਾ ਕਿਸ ਤਰੀਕੇ ਨਾਲ ਦੇਖਦੇ ਹੋ? ਮਤਲਬ ਜਦੋਂ ਤੁਸੀਂ ਇੱਕ ਪਾਸੇ ਬਿਆਨ ਦੇ ਰਹੇ ਹੋ, ਸਰਕਾਰ ਦੇ ਉੱਤੇ ਸਿੱਧਾ ਸਵਾਲ ਖੜਾ ਕਰ ਰਹੇ ਹੋ, ਭਾਰਤੀ ਸਰਕਾਰ ਦੇ ਉੱਤੇ, ਫਿਰ ਤੁਸੀਂ ਉੱਥੋਂ ਡਿਪਲੋਮੇਟ ਕੱਢ ਦਿੰਦੇ ਹੋ। ਇਹ ਕਿੰਨਾ ਕੋ ਸਮਝਦਾਰੀ ਵਾਲਾ ਫੈਸਲਾ ਸੀ ਉੱਥੋਂ? ਇਹ ਵੇਖੋ, ਜਦੋਂ ਉਹਨੇ ਵਰਬਲੀ ਕੰਮ ਕੀਤਾ, ਉਹਨੂੰ ਉੱਥੇ ਜਵਾਬ ਮਿਲੇ। ਉਹਨੂੰ ਪਤਾ ਸੀ ਮੈਂ ਵਰਬਲੀ, ਮੇਰੇ ਕੋਲ ਕੋਈ ਡਾਕੂਮੈਂਟਰੀ ਪ੍ਰੂਫ ਨਹੀਂ ਹੈਗੇ ਜਾਂ ਜਿਹੜੇ ਮੈਂ ਅਗੇਂਸਟ ਭਾਰਤ ਦੇ ਰੱਖਾਂ। ਤੇ ਉਹਨਾਂ ਕਿਹਾ ਵੀ ਚਲੋ ਇੱਕ ਤੁੱਕਾ ਤੇ ਆ ਮਾਰਿਆ, ਇੱਕ ਇਹਨਾਂ ਦਾ ਡਿਪਲੋਮੇਟ ਕੱਢ ਕੇ ਵੇਖ ਲਓ, ਕੀ ਪਤਾ ਭਾਰਤ ਅੰਡਰ ਪ੍ਰੈਸ਼ਰ ਆ ਜੇ, ਕਹੇ ਵੀ ਠੀਕ ਹੈ ਜੀ ਆਪਾਂ ਇਹਨਾਂ ਦੀ ਕਰਦੇ ਹਾਂ। ਲੇਕਿਨ ਐਡਾ ਵੱਡਾ ਮੁਲਕ ਸਾਡਾ, ਅਸੀਂ ਅੰਡਰ ਪ੍ਰੈਸ਼ਰ ਆਈਏ ਕਿਉਂ? ਕੋਈ ਅਸੀਂ ਉਹਨਾਂ ਕੋਲ ਲੈ ਕੇ ਨਹੀਂ ਖਾ ਰਹੇ। ਜੇ ਸਾਡੇ ਸਟੂਡੈਂਟ ਜਾ ਰਹੇ ਨੇ, ਉਹਨਾਂ ਨੂੰ ਰੋਟੀ ਦੇ ਰਹੇ ਨੇ। ਅੱਜ ਸਾਡੇ ਪੰਜਾਬੀ ਬਹੁਤ ਸਾਰੇ, ਮੈਂ ਖਾਲਿਸਤਾਨੀਆਂ ਦੀ ਗੱਲ ਨਹੀਂ ਕਰਦਾ, ਉਹ ਸਾਡਾ ਅੱਜ ਵਿਸ਼ਾ ਨਹੀਂ ਗਾ। ਉੱਥੇ ਇੰਨੇ ਜ਼ਿਆਦਾ ਪੰਜਾਬੀ ਨੇ ਕਿ ਬਹੁਤ ਸਾਰੇ ਉਹਨਾਂ ਦੇ ਜਿਹੜੇ ਖੇਤੀ ਦੇ, ਮਿਲਕ ਪ੍ਰੋਡਕਟਸ, ਬੜੇ ਇਹੋ ਜਿਹੇ ਵਪਾਰ ਨੇ ਜਿਹੜੇ ਉਹ ਸਾਡੇ ਪੰਜਾਬੀਆਂ ਤੇ ਡਿਪੈਂਡ। ਕੈਨੇਡਾ ਹੋ ਗਿਆ, ਭਾਵੇਂ ਉੱਥੇ 2.6% ਆ, ਲੇਕਿਨ ਸਾਡੀ ਪੰਜਾਬੀਆਂ ਦੀ ਮਿਹਨਤ, ਹਾਰਡ ਵਰਕ ਜਿਹੜਾ ਉੱਥੇ ਉਹਨੇ ਲਾਮਿਸਾਲ ਜਿਹੜੀ ਉਹ ਪ੍ਰਾਪਤੀ ਕੀਤੀ ਹੈ, ਜਿਹਦੇ ਕਰਕੇ ਕੈਨੇਡਾ ਦੀ ਕਮਿਊਨਿਟੀ ਨੂੰ ਬਹੁਤ ਸਾਰੀ, ਵੱਡਾ ਹਿੱਸਾ ਕਮਿਊਨਿਟੀ ਦਾ ਉਹ ਜਿਹੜਾ ਸਾਡੇ ਪੰਜਾਬੀਆਂ ਤੇ ਡਿਪੈਂਡ ਹੋ ਗਿਆ। ਇਹ ਇੱਕ ਬੜੀ ਵੱਡੀ ਗੱਲ ਹੈ ਸਾਡੇ ਦੇਸ਼ ਲਈ, ਔਰ ਖਾਸ ਕਰਕੇ ਸਾਡੇ ਪੰਜਾਬੀਆਂ ਲਈ। ਜੀ ਬਿਲਕੁਲ ਸੈਂਡੀ ਜੀ, ਤੁਹਾਡੇ ਕੋਲ ਮੈਂ ਫਿਰ ਦੁਬਾਰਾ ਆਣਾ। ਅਵਿਨਾਸ਼ ਸ਼ਰਮਾ ਜੀ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਵੀ ਥੋੜੇ ਵਿਚਾਰ ਲੈ ਲੈਂਦੇ ਆ। ਅਵਿਨਾਸ਼ ਸ਼ਰਮਾ ਜੀ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਫੈਸਲੇ ਨੂੰ? ਕਿਉਂਕਿ ਕਰਵਾਹਟ ਜਿਹੜੀ ਆ ਉਹ ਇਸ ਇੱਕ ਬਿਆਨ ਦੇ ਨਾਲ ਦੋਵਾਂ ਦੇਸ਼ਾਂ 'ਚ ਵੱਧਦੀ ਨਜ਼ਰ ਆ ਰਹੀ ਹੈ। ਤੇ ਜੇ ਕਹਿ ਲਿਆ ਜਾਵੇ ਵਪਾਰਕ ਤੌਰ ਤੇ, ਤਾਂ ਵਪਾਰਕ ਤੌਰ ਤੇ ਜੇ ਭਾਰਤ ਦਾ ਨੁਕਸਾਨ ਕਹਿੰਦੇ ਨੇ ਵੀ ਹੋ ਸਕਦਾ, ਕੈਨੇਡਾ ਦਾ ਵੀ ਹੋ ਸਕਦਾ। ਇਹਦੇ 'ਚ ਭੋਪਾਲ ਜੀ ਕੋਈ ਦੋ ਰਾਏ ਨਹੀਂ। ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਇੰਨਾ ਪਿਆਰ ਚੱਲ ਰਿਹਾ ਸੀ, ਹੁਣ ਇਸ ਬਿਆਨ ਦੇ ਨਾਲ ਬਹੁਤ ਜ਼ਿਆਦਾ ਕੜਵਾਹਟ ਜਿਹੜੀ ਆ ਉਹ ਸਾਹਮਣੇ ਆਈ ਆ। ਜੇ ਸਾਡੇ, ਜਿਵੇਂ ਸੈਂਡੀ ਜੀ ਨੇ ਦੱਸਿਆ ਵੀ ਸਾਡੇ ਪੰਜਾਬੀ ਜਿਹੜੇ ਆ ਇੰਨੀ ਕੁ ਮਿਹਨਤੀ ਨੇ, ਇਹਨਾਂ ਨੇ ਮਿਹਨਤ ਕਰਕੇ ਉੱਥੇ ਜਿਹੜਾ ਕੈਨੇਡਾ ਨੂੰ ਇਸ ਵੇਲੇ ਸਟੈਂਡ ਕੀਤਾ। ਇਹ ਕੈਨੇਡਾ ਨੂੰ ਜ਼ਰੂਰ ਇਸ ਬਾਰੇ ਸੋਚਣਾ ਚਾਹੀਦਾ ਵੀ ਜੇ ਅਸੀਂ ਇੱਥੋਂ ਤੱਕ ਅੱਜ ਪਹੁੰਚੇ ਹਾਂ, ਤੇ ਇੱਕ
ਪੰਜਾਬੀਆਂ ਦੀ ਬਦੌਲਤ ਹੀ ਉੱਥੇ ਪਹੁੰਚੇ ਹਾਂ। ਬਾਕੀ ਥੋੜ੍ਹਾ ਨੁਕਸਾਨ ਜਿਹੜਾ ਉਹ ਜਦੋਂ ਦੋ ਜਣੇ ਲੜਾਈ ਹੁੰਦੀ ਆ ਤੇ ਨੁਕਸਾਨ ਤਾਂ ਅਖੀਰ ਦੋਨਾਂ ਦਾ ਹੀ ਹੁੰਦਾ। ਤੀਸਰਾ ਫਾਇਦਾ ਵੀ ਚੁੱਕ ਜਾਂਦਾ ਵਿੱਚ। ਤੇ ਤੀਸਰਾ ਜਿਹੜਾ ਬਿਲਕੁਲ ਫਾਇਦਾ ਕੋਈ ਨਾ ਕੋਈ ਉਠਾ ਲੈਂਦਾ। ਇਸ ਬਿਆਨ ਜਿਹੜਾ ਆਪਣੇ ਪ੍ਰਧਾਨ ਮੰਤਰੀ ਕੈਨੇਡਾ ਦੇ ਨੇ ਦਿੱਤਾ, ਇਹ ਮਤਲਬ ਇੱਕ ਨਿੰਦਣਯੋਗ ਮੈਂ ਤਾਂ ਕਹਿ ਸਕਦਾ ਬਿਆਨ ਆ, ਜਿਹਦੇ ਨਾਲ ਜਿਹੜਾ ਸਾਡੇ ਸਾਰੇ ਲੋਕਾਂ ਦੇ ਵਿੱਚ ਜਿਹੜਾ ਬਹੁਤ ਜਿਹੜਾ ਗਲਤ ਜਿਹੜਾ ਇੰਪ੍ਰੈਸ਼ਨ ਜਿਹਦਾ ਜਾਏਗਾ। ਸ਼ਰਮਾ ਜੀ, ਇਹ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਏਡੀ ਤਗੜੀ ਪੋਸਟ ਤੇ ਬੈਠੇ ਹੋਏ ਆ, ਪੂਰੀ ਦੁਨੀਆ ਦੀ ਨਜ਼ਰ ਰਹਿੰਦੀ ਆ ਵੀ ਇੱਕ ਪ੍ਰਾਈਮ ਮਿਨਿਸਟਰ ਦੀ ਗੱਲ ਕਹੀ ਹੋਈ ਦਾ ਬੜਾ ਅਸਰ ਹੁੰਦਾ, ਲੋਕੀ ਸੁਣਦੇ ਵੀ ਆ, ਸੋਚਦੇ ਵੀ ਆ, ਤੇ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰੀਕੇ ਨਾਲ ਟਰੂਡੋ ਨੇ ਬਿਆਨ ਦਿੱਤਾ ਤੇ ਆਪੋਜੀਸ਼ਨ ਕਹਿ ਰਹੀ ਹੈ ਕਿ ਤੁਸੀਂ ਬਿਆਨ ਦੇ ਰਹੇ ਹੋ, ਜੇ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਸਾਹਮਣੇ ਰੱਖੋ। ਜੇ ਏਡੇ ਵੱਡੇ ਦੇਸ਼ ਦੇ ਉੱਤੇ ਤੁਸੀਂ ਬਲੇਮ ਲਗਾ ਰਹੇ ਹੋ, ਸਰਕਾਰ ਦੇ ਉੱਤੇ, ਭਾਰਤ ਦੇ ਉੱਤੇ ਬਲੇਮ ਲਗਾ ਰਹੇ ਹੋ, ਤੇ ਪੁਖਤਾ ਜੇ ਸਾਡੇ ਕੋਲ ਸਬੂਤ ਹੈਗੇ ਆ ਤੇ ਉਹ ਸਾਹਮਣੇ ਰੱਖ ਕੇ ਫਿਰ ਬਿਆਨ ਦਿਓ। ਚਾਹੀਦਾ ਨਹੀਂ ਸੀ ਉਹਨਾਂ ਕੋਲ, ਜੇ ਹੈਗੇ ਸਬੂਤ ਤੇ ਸਾਹਮਣੇ ਲਿਆਉਣ। ਬਿਲਕੁਲ ਜੀ, ਇਹ ਵਿੱਚ ਕੋਈ ਦੋ ਰਾਏ ਨਹੀਂ। ਜਾਂ ਤਾਂ ਟਰੂਡੋ ਕੋਲ ਕੁਛ ਨਾ ਕੁਛ ਹੁੰਦਾ ਤੇ ਉਹਨਾਂ ਨੂੰ ਸਾਹਮਣੇ ਰੱਖ ਕੇ ਜਿਹੜਾ ਉਹ ਬਿਆਨ ਦੇਣ ਦੀ ਬਹੁਤ ਜ਼ਰੂਰਤ ਸੀ। ਪਤਾ ਨਹੀਂ ਇਹ ਜਿਵੇਂ ਸੈਂਡੀ ਜੀ ਨੇ ਦੱਸਿਆ ਵੀ ਕੋਈ ਲੱਗਦਾ ਵੀ ਕੋਈ ਇਲੈਕਸ਼ਨ ਸਟੰਟ ਸੀਗਾ, ਜਿਹਦੇ ਕਰਕੇ ਇਹ ਬਿਆਨ ਜਿਹੜਾ ਉਹ ਦਾਗਿਆ ਗਿਆ। ਜੀ ਬਿਲਕੁਲ, ਕਿਤੇ ਨਾ ਕਿਤੇ ਇਲੈਕਸ਼ਨ ਸਟੰਟ। ਸੈਂਡੀ ਜੀ, ਤੁਸੀਂ ਵੀ ਇਹੀ ਕਹਿ ਰਹੇ ਸੀ ਕਿ ਇਲੈਕਸ਼ਨ ਸਟੰਟ ਹੈ ਤੇ ਇਸ ਕਰਕੇ ਇਹ ਬਿਆਨ ਉਹਨਾਂ ਵੱਲੋਂ ਦਾਗਿਆ ਗਿਆ ਹੋਵੇਗਾ। ਪਰ ਜੇ ਦੇਖਿਆ ਜਾਵੇ ਤਾਂ ਵਪਾਰਕ ਤੌਰ ਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਮਤਲਬ ਕੈਨੇਡਾ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਵਾ, ਕਿਉਂਕਿ ਜ਼ਿਆਦਾ ਜਿਹੜੇ ਸਟੂਡੈਂਟਸ ਆ ਉਹ ਇੱਥੋਂ ਉੱਧਰ ਜਾ ਰਹੇ ਆ। ਦੂਸਰੇ ਪਾਸੇ ਭਾਰਤ ਇੱਕ ਸਭ ਤੋਂ ਵੱਡੀ ਵਪਾਰਕ ਮੰਡੀ ਗਿਣਿਆ ਜਾਂਦਾ ਵਾ। ਜੇ ਇਸ ਤਰੀਕੇ ਦੇ ਬਿਆਨ ਜਿਹੜੇ ਆਉਂਦੇ ਆ, ਉਹ ਫਿਰ ਕਿਤੇ ਨਾ ਕਿਤੇ ਵਪਾਰਕ ਤੌਰ ਤੇ ਕਿੰਨਾ ਕੁ ਦੋਵਾਂ ਦੇਸ਼ਾਂ ਨੂੰ ਨੁਕਸਾਨ ਕਰ ਸਕਦੇ। ਬੜਾ ਜੀ, ਜਿਹੜਾ ਵਪਾਰ ਹੈ ਨਾ ਬੜਾ ਪ੍ਰਭਾਵਿਤ ਹੁੰਦਾ ਵਾ। ਅਸੀਂ ਲੋਕ ਖਾਲਿਸਤਾਨੀ ਸਾਡੇ ਜਿਹੜੇ ਉੱਥੇ ਪੰਜਾਬੀ ਬੈਠੇ ਨੇ, ਉਹ ਗੱਲ ਤੇ ਕਰ ਲੈਂਦੇ ਨੇ ਜ਼ਰੂਰ। ਕਿਸੇ ਦੇਸ਼ ਦੇ ਖਿਲਾਫ ਬੋਲ ਦੇਣਾ, ਕਿਸੇ ਕਮਿਊਨਿਟੀ ਦੇ ਖਿਲਾਫ ਬੋਲ ਦੇਣਾ ਬੜਾ ਸੌਖਾ ਹੈ। ਇਹ ਜ਼ਬਾਨ ਹੈ, ਜ਼ਬਾਨ ਤੋਂ ਹੀ ਕਿਸੇ ਨੂੰ ਵੀ ਗਾਲ ਕੱਢ ਸਕਦੇ ਹਾਂ, ਕੁਛ ਮੰਦੇ ਬੋਲ ਸਕਦੇ ਹਾਂ। ਪਰ ਨੁਕਸਾਨ ਤੇ ਹੁੰਦਾ। ਲੇਕਿਨ ਉਹਨਾਂ ਦਾ ਅਸਰ ਜਿਹੜਾ ਉਹ ਬੜਾ ਮਾੜਾ ਜਾਂਦਾ। ਇਸ ਕਰਕੇ ਸਾਨੂੰ ਹਰ ਇੱਕ ਨੂੰ ਨਾਪ ਤੋਲ ਕੇ ਬੋਲਣਾ ਚਾਹੀਦਾ, ਕਿਉਂਕਿ ਅਸੀਂ ਇੱਕ ਵਾਰੀ ਇਨਸਾਨ ਨੇ ਜ਼ਿੰਦਗੀ 'ਚ ਆਉਣਾ, ਬਾਰ-ਬਾਰ ਨਹੀਂ ਇੱਥੇ ਆਉਣਾ। ਅਤੇ ਜਿੰਨਾ ਵਿਰੋਧ ਪਾਲਾਂਗੇ ਨਾ, ਓਨਾ ਹੀ ਸਾਡਾ ਨੁਕਸਾਨ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੋਈ ਚੰਗੀ ਗੱਲ ਨਹੀਂ ਦਿਆਂਗੇ। ਸਾਡੇ ਕੋਲ ਕੀ ਸੇਧ ਲੈਣਗੀਆਂ? ਅੱਗੇ ਅਸੀਂ ਬੜੇ ਪਿੱਛੇ ਹਾਂ। ਸਾਡਾ ਵੇਖੋ ਕਾਲੇ ਦੌਰ ਦੀ ਸ਼ੁਰੂਆਤ 'ਚ ਗੱਲ ਕੀਤੀ ਸੀ, ਕਾਲੇ ਦੌਰ ਨੇ ਸਾਡੇ ਪੰਜਾਬ ਨੂੰ, ਪੰਜਾਬੀਆਂ ਨੂੰ ਬਹੁਤ ਪਿੱਛੇ ਤੱਕਦਾ। ਠੀਕ ਹੈ, ਕੁਝ ਸਾਡੀਆਂ ਜਿਹੜੀਆਂ ਬਾਹਰ ਜਿਹੜੇ ਲੋਕ ਬੈਠੇ ਨੇ, ਉਹਨਾਂ ਦੀ ਆਪਣੀ ਸੋਚ ਆ, ਉਹਨਾਂ ਬਾਰੇ ਤਾਂ ਆਪਾਂ ਬਹੁਤੀ ਗੱਲ ਨਹੀਂ ਕਰਾਂਗੇ, ਉਹ ਫਿਰ ਕਰਾਂਗੇ ਜ਼ਰੂਰ ਵਿਸਤਾਰ ਨਾਲ। ਲੇਕਿਨ ਜਿਹੜਾ ਵਪਾਰ ਹੈ ਨਾ, ਵੇਖੋ ਇਹਦੀ ਇੱਕ ਉਦਾਹਰਨ ਤੁਹਾਨੂੰ ਮੈਂ ਦਿੰਦਾ ਛੋਟੀ ਜੀ। 2017 ਨਵੰਬਰ ਦੀ ਗੱਲ ਹੈ। ਉਦੋਂ ਪੀਲਾ ਮਟਰ ਸੀਗਾ, ਉਹ ਭਾਰਤ ਆਉਂਦਾ ਸੀ। ਭਾਰਤ ਨੇ ਉਹਦੇ 'ਤੇ ਕੈਨੇਡਾ ਤੋਂ ਭਾਰਤ ਨੇ ਉਹਦੇ 'ਤੇ 50% ਜਿਹੜਾ ਉਹ ਟੈਰਿਫ ਜਿਹੜਾ ਉਹ ਵਧਾ ਤਾ, ਵੀ ਜੇ ਇੱਧਰ ਆਏਗਾ ਤਾਂ ਆਪਾਂ 50% ਟੈਰਿਫ ਜਿਹੜਾ ਵਧਾ ਕੇ ਲਾਂਗੇ। ਹੁਣ ਉਹ ਬਹੁਤ ਜ਼ਿਆਦਾ ਰੇਟ ਹੋ ਜਾਂਦਾ ਸੀ। ਉੱਥੋਂ ਦੇ ਵਪਾਰੀ ਉਹਦੇ 'ਚ ਫਿਰ ਇੱਕ ਹੋਰ ਖਾਸ ਗੱਲ ਆ ਕਿ ਤੁਸੀਂ ਸ਼ਾਇਦ ਜੇ ਉਹਦਾ ਪਿੱਛੇ ਝਾਤੀ ਮਾਰੋ ਜਾਂ ਪੜ੍ਹਿਓ, ਬਹੁਤ ਸਾਰੇ ਉੱਥੇ ਕੈਨੇਡਾ ਦੇ ਲੋਕਾਂ ਨੂੰ ਪਤਾ ਹੋਏਗਾ ਕਿ ਉਹਦੇ 'ਚ ਜ਼ਿਆਦਾ ਜਿਹੜੀ ਸੀ ਬਹੁਤ ਤਾਂਤ ਗਿਣਤੀ ਸੀਗੀ ਪੰਜਾਬੀਆਂ ਦੀ, ਜਿਹੜਾ ਉਹ ਤਿਆਰ ਕਰਦੇ ਸੀ ਫਸਲ। ਠੀਕ ਹੈ, ਅਤੇ ਜਦੋਂ ਇਹ ਗੱਲ ਹੋ ਗਈ, ਭਾਰਤ ਨੇ 50% ਵੱਧ ਟੈਰਿਫ ਜਿਹੜਾ ਉਹ ਵਸੂਲਣ ਦੀ ਗੱਲ ਆਖੀ, ਫਿਰ ਉਹਨਾਂ ਨੂੰ ਮਜਬੂਰਨ ਘੱਟ ਕੀਮਤ 'ਤੇ ਪਾਕਿਸਤਾਨ ਨੂੰ ਵੇਚਣਾ ਪਿਆ। ਉਸ ਦੇਸ਼ ਨੂੰ ਜਿਹੜਾ ਅੱਗੇ ਭੁੱਖਾ ਨੰਗਾ ਅਤੇ ਜਿਹਨੇ ਸਾਡਾ ਪੰਜਾਬ ਦਾ ਸਭ ਤੋਂ ਵੱਡਾ ਬੇੜਾ ਗਰਕ ਕਰਨ ਵਾਲਾ, ਅਤੇ ਉਹ ਪਾਕਿਸਤਾਨ ਜਿਹੜਾ ਆਪ ਭੋਪਾਲ ਜੀ, ਜਿਹੜਾ ਆਪ ਭੁੱਖਾ ਨੰਗਾ, ਉਹ ਕਿਸੇ ਨੂੰ ਕੀ ਦੇਗਾ? ਜੇ ਤੁਹਾਡੀ ਜੇਬ 'ਚ 10 ਰੁਪਈਏ ਨੇ, ਮੇਰੀ ਜੇਬ 'ਚ ਵੀ 10 ਰੁਪਈਏ ਨੇ, ਅਤੇ ਸਾਡੇ ਕੋਲ ਕੋਈ ਮੰਗਣ ਆ ਗਿਆ ਵੀ ਸਾਨੂੰ 20 ਰੁਪਈਏ ਦਿਓ ਜਾਂ 30 ਦਿਓ, ਤਾਂ ਅਸੀਂ 10 ਪਾ ਲਈਏ ਤਾਂ ਵੀ 30 ਨਹੀਂ ਹੋ ਸਕਦੇ। ਜਿਹੜਾ ਆਪ ਨੰਗਾ ਭੁੱਖਾ, ਉਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਅਤੇ ਉਹਨੂੰ ਉਦੋਂ ਘੱਟ ਮੁੱਲ 'ਚ ਦੇਣਾ ਪਿਆ। ਇਹ ਵਪਾਰ ਦਾ ਅਸਰ ਹੈ। ਹੁਣ ਵਪਾਰ ਦਾ ਜਿੰਨਾ ਤਗੜਾ, ਤੁਹਾਨੂੰ ਮੈਂ ਦੱਸਿਆ ਕਿ 7 ਅਰਬ ਪਹਿਲਾਂ ਸੀ ਅਤੇ ਵੱਧ ਕੇ 8.6 ਅਰਬ ਹੋ ਗਿਆ। ਹੁਣ ਅੱਗੋਂ ਵੀ ਵਧਣਾ। ਜੇ ਆਪਾਂ 23-24 ਦੀ ਗੱਲ ਕਰਾਂਗੇ ਤਾਂ ਇਹ 10 ਦੇ ਲਾਗੇ ਚਾਗੇ ਚੱਲ ਜਾਣਾ। ਹੁਣ ਜਦੋਂ 10 ਅਰਬ ਦੇ ਲਾਗੇ ਵਪਾਰ ਇੱਕ ਸਾਲਾਨਾ ਹੋਏਗਾ, ਅਤੇ ਜੇ ਇਹੋ ਜਿਹੀਆਂ ਹਰਕਤਾਂ ਕਰਾਂਗੇ, ਕੁਝ ਜਿਹੀਆਂ ਹਰਕਤਾਂ ਕਰੇਗਾ ਇੱਕ ਜ਼ਿੰਮੇਵਾਰ ਬੰਦਾ, ਇੱਕ ਦੇਸ਼ ਦਾ ਪ੍ਰਧਾਨ ਮੰਤਰੀ, ਉਹਦੇ 'ਤੇ ਸਾਰੇ ਦੇਸ਼ ਦਾ ਦਾਰੋਮਦਾਰ ਹੁੰਦਾ, ਨਾ ਕਿ ਕਿਸੇ ਕਮਿਊਨਿਟੀ ਦਾ, ਨਾ ਕਿ ਉਹ ਕਿਸੇ ਇੱਕ ਫਿਰਕੇ ਦਾ ਪ੍ਰਧਾਨ ਮੰਤਰੀ, ਉਹ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ। ਹੁਣ ਅੱਗੇ ਗੱਲ ਆਪਾਂ ਜੇ ਵਪਾਰ ਦੇ ਨਾਲ ਇਹ ਕਰੀਏ, ਕਹਿੰਦੇ ਨੇ ਜੀ ਕਈ ਲੋਕਾਂ ਦੀ ਮੈਂ ਡਿਸਕਸ਼ਨ ਸੁਣੀ ਹੈ, ਲਓ ਜੀ ਕੀ ਹੋ ਜਾਏਗਾ, ਇਹਦੇ ਨਾਲ ਕੀ ਫਰਕ ਪੈਣਾ। ਅੱਜ ਇੰਡੀਆ ਨੇ, ਉਹਨਾਂ ਨੇ ਡਿਪਲੋਮੈਟ ਕੱਢਿਆ ਇਹਨਾਂ ਦਾ, ਇੰਡੀਆ ਨੇ ਚੱਕ ਕੇ ਉਹਨੂੰ 5 ਦਿਨ ਦਾ ਅਲਟੀਮੇਟਮ ਦੇ ਦਿੱਤਾ ਕਿ 5 ਦਿਨ 'ਚ ਆਪਣਾ ਬਿਸਤਰਾ ਗੋਲ ਕਰੋ ਅਤੇ ਰੁਖਸਤੀ ਕਰੋ। ਹੁਣ ਅਗਲਾ ਸਟੈਪ ਮੰਨ ਲਓ
ਜੇ ਟਰੂਡੋ ਅੱਜ ਨਰਮ ਪੈ ਗਿਆ ਤੁਹਾਨੂੰ ਜਿਹੜੀ ਚੰਗੀ ਗੱਲ ਆ ਕਿ ਇੱਕ ਚਲੋ ਦੇਰ ਆਏ ਦੁਰਸਤ ਆਏ, ਉਹਨੇ ਅੱਜ ਨਰਮ ਪੈਂਦੇ ਹੋਏ ਕਹਿਤਾ ਕਿ ਸਾਡਾ ਕਹਿਣ ਦਾ ਇਹ ਮਤਲਬ ਨਹੀਂ ਸੀ, ਜਾਂ ਸਾਡਾ ਭਾਰਤ ਨਾਲ ਰਿਸ਼ਤੇ ਖਰਾਬ ਕਰਨ ਦਾ ਕੋਈ ਮਤਲਬ ਨਹੀਂ ਸੀ। ਅਸੀਂ ਚਾਹੁੰਦੇ ਸੀ ਕਿ ਜੇਕਰ ਕੋਈ ਇੱਥੇ ਇਦਾਂ ਦੀ ਕੋਈ ਘਟਨਾ ਹੋਈ ਹੈ ਤੇ ਬਤੌਰ ਸਾਡਾ ਨਾਗਰਿਕ ਸੀ ਜਿਹੜਾ ਮਾਰਿਆ ਗਿਆ, ਅਸੀਂ ਚਾਹੁੰਦੇ ਸੀ ਕਿ ਉਹਦੀ ਕਿਤੇ ਨਾ ਕਿਤੇ ਜਾਂਚ ਹੋਏ। ਲੇਕਿਨ ਕਹਿਣ ਦਾ ਅਲੱਗ ਤਰੀਕਾ ਸੀ, ਇੱਕ ਲੈਟਰ ਜਾ ਸਕਦੀ ਸੀ, ਜਿੱਦਾਂ ਮੈਂ ਪਹਿਲਾਂ ਦੱਸਿਆ ਉਹ ਪ੍ਰੋਟੋਕਾਲ ਉਹ ਸੂਝਵਾਨ ਤਰੀਕੇ ਨਾਲ ਵੀ ਹੋ ਸਕਦਾ। ਬਿਲਕੁਲ ਇੱਕ ਪਾਲਿਸੀ ਅਪਣਾਉਂਦੇ ਕਿ ਇਦਾਂ ਅਸੀਂ ਲੈਟਰ ਭੇਜਾਂਗੇ, ਉਹਦਾ ਜਵਾਬ ਆਏਗਾ। ਜ਼ਰੂਰੀ ਥੋੜਾ ਮੀਡੀਆ 'ਚ ਨਸ਼ਰ ਕਰ ਦਿਓ, ਉਹ ਵੀ ਫਿਰ ਤੁਸੀਂ ਆਪਣੇ ਜਾ ਕੇ ਸੰਸਦ ਵਿੱਚ ਇਹ ਕੰਮ ਕਰ ਦਿਓ। ਸੰਸਦ ਜਿਹੜੀ ਸਭ ਤੋਂ ਵੱਡੀ ਮੰਨੀ ਜਾਂਦੀ, ਜਿੱਥੋਂ ਦਾ ਬਿਆਨ ਬੜਾ ਅਹਿਮੀਅਤ ਰੱਖਦਾ ਹੈ, ਬੜਾ ਅਹਿਮ ਹੁੰਦਾ, ਉੱਥੇ ਜਾ ਕੇ ਤੁਸੀਂ ਐਡਾ ਬਚਕਾਨਾ ਬਿਆਨ ਦੇ ਦਿਓ ਜਿਹੜਾ ਮਾਹੌਲ ਖਰਾਬ ਕਰਨ ਵਾਲਾ। ਜੇਕਰ ਮਾਹੌਲ ਕਿੱਦਾਂ ਖਰਾਬ ਹੋ ਸਕਦਾ? ਹੁਣ ਉੱਥੇ ਜਿੰਨੇ ਸਟੂਡੈਂਟ ਸਾਡੇ ਅੱਗੇ ਵਿਚਾਰੇ, ਉੱਥੇ ਉਹਨਾਂ ਦਾ ਬੜਾ ਬੁਰਾ ਹਾਲ ਹੈ। ਕਰਜ਼ਾ ਚੁੱਕ ਕੇ ਇੱਥੋਂ ਪੈਲੀਆਂ ਗਹਿਣੇ ਰੱਖ ਆਪਣਾ ਵਾਲ ਕਰਜ਼ਾਈ, ਅੱਗੇ ਹੀ ਪੰਜਾਬੀ ਖਾਸ ਕਰਕੇ ਜੱਟ ਤਬਕਾ ਅੱਗੇ ਵਿਚਾਰਾ ਕਰਜ਼ਾਈ, ਉਹਦਾ ਰੋਮ ਕਰਜ਼ਾਈ ਹੈ। ਉਹ ਕਰਜ਼ੇ ਚੁੱਕ ਕੇ ਬੱਚੇ ਉਹਨਾਂ ਬਾਹਰ ਭੇਜਿਆ। ਅੱਜ ਇੰਡੀਆ ਸੈਕਿੰਡ ਸਟੈਪ ਚੁੱਕਦਾ। ਤੁਸੀਂ ਮੇਰੀ ਗੱਲ ਸੁੱਟ ਨਾ ਪਾਇਓ, ਸ਼ਰਮਾ ਜੀ ਵੀ ਇਹ ਸੁਣ ਰਹੇ ਨੇ, ਮੈਂ ਸੂਝਵਾਨ ਸਰੋਤਿਆਂ ਅੱਗੇ ਰੱਖਣਾ ਗੱਲ। ਅੱਜ ਸਾਡਾ ਦੇਸ਼ ਸੈਕਿੰਡ ਸਟੈਪ ਚੁੱਕ ਕੇ ਤੇ ਚੰਡੀਗੜ੍ਹ ਅੰਬੈਸੀ ਜਿਹੜੀ ਹੈ ਇਹਨਾਂ ਦੀ ਉਹ ਬੰਦ ਕਰ ਦਿੰਦਾ, ਦਿੱਲੀ ਵਾਲੀ ਤੇ ਫੋਰਸ ਲਾ ਦਿੰਦਾ, ਠੀਕ ਹੈ। ਤੇ ਇਹ ਕਿੱਧਰ ਨੂੰ ਜਾਊਗਾ? ਕੈਨੇਡਾ, ਜਿੱਥੇ ਰੋਜ਼ ਜਿਹੜਾ ਤੁਸੀਂ ਮੈਨੂੰ ਰੋਜ਼ ਰੋਟੀ ਦੇ ਰਹੇ ਹੋ ਤੇ ਮੈਂ ਤੁਹਾਨੂੰ ਅੱਖਾਂ ਕੱਢਣ ਡਿਆ ਪਾਂ ਤੇ ਤੁਸੀਂ ਮੇਰੀ ਰੋਟੀ ਕਰ ਦਿਓ ਬੰਦ, ਤੇ ਮੈਂ ਕਿੱਧਰ ਨੂੰ ਜਾਵਾਂਗਾ ਫਿਰ? ਪਰ ਜਿਸ ਤਰੀਕੇ ਨਾਲ ਟਰੂਡੋ ਨੇ ਹੁਣੇ ਨਰਮ ਰੁੱਖ ਵਾਲਾ ਵੀ ਬਿਆਨ ਦਿੱਤਾ, ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਹੋਰ ਬਿਆਨ ਦੇ ਦਿੱਤਾ ਕਿ ਮੈਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕਹਿਣਾ ਕਿ ਜੇ ਉਹ ਇੰਡੀਆ ਜਾਂਦੇ ਨੇ ਤੇ ਜੰਮੂ ਕਸ਼ਮੀਰ, ਮਨੀਪੁਰ, ਅਸਾਮ ਇਹਨਾਂ ਜਗ੍ਹਾ ਤੇ ਨਾ ਜਾਣ, ਕਿਉਂਕਿ ਉੱਥੇ ਉਹਨਾਂ ਦੀ ਜਾਨ ਦਾ ਖਤਰਾ। ਇਸ ਤਰੀਕੇ ਦਾ ਫਿਰ ਬਿਆਨ ਦੇ ਦੇਣਾ, ਇਹ ਕਿੰਨਾ ਕੁ ਸਹੀ ਤੁਹਾਨੂੰ ਲੱਗਦਾ? ਪਤਾ ਕੀ ਗੱਲ, ਵੇਖੋ ਉਹਨੇ ਬਿਆਨ ਜੇਕਰ ਉਹ ਬਿਲਕੁਲ ਡਿਨਾਈ ਕਰਦੇ ਟਰੂਡੋ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਜਿਹੜੇ ਸਾਡੇ ਜਾਣਕਾਰ ਸਾਥੀ ਨੇ, ਬੁੱਧੀਜੀਵੀ ਨੇ, ਉਹ ਗੱਲ ਬੜੀ ਗੰਭੀਰਤਾ ਵਿਚਾਰ ਰਹੇ ਨੇ, ਚਿੰਤਨ ਕਰ ਰਹੇ ਨੇ ਇਸ ਗੱਲ ਦਾ ਕਿ ਜੇਕਰ ਟਰੂਡੋ ਆਪਣੇ ਪੈਰ ਪਿੱਛੇ ਖਿੱਚ ਕੇ ਇੱਕਦਮ ਆਪੋਜਿਟ ਬਿਆਨ ਦੇ ਦੇ, ਫਿਰ ਵੀ ਮਰਦਾ, ਫਿਰ ਉਹਨਾਂ ਦੀ ਆਪੋਜੀਸ਼ਨ ਨੇ ਚੁੱਕ ਲੈਣਾ। ਇਹ ਤੇ ਹੈ ਨਹੀਂ ਕਿ ਟਰੂਡੋ ਤੇ ਸਰਬਸੰਮਤੀ ਨਾਲ ਚੁਣਿਆ ਗਿਆ, ਉਹ ਚੁਣਿਆ ਗਿਆ ਵੋਟਾਂ ਨਾਲ, ਇਲੈਕਸ਼ਨ ਨਾਲ। ਤੇ ਜੇ ਉਹ ਆਪਣੀ ਵਿਰੋਧੀ ਦੇ ਚਾਹੁੰਦੇ ਆ ਵੀ ਤੂੰ ਗੱਲ ਮੂੰਹੋਂ ਕੱਢ ਤੇ ਮੈਂ ਤੈਨੂੰ ਫੜਾਂ, ਤੇ ਉਹ ਜੇ ਉੱਥੇ ਇਹੋ ਜਿਹਾ ਬਿਆਨ ਦਿੰਦਾ, ਉਹਨੇ ਫਿਰ ਇਹੋ ਜਿਹੀ ਗੱਲ ਕਰਤੀ, ਐਡਵਾਈਜ਼ਰੀ ਜਾਰੀ ਕਰਤੀ, ਗੱਲ ਨਹੀਂ ਕੀਤੀ। ਹੁਣ ਕਿਉਂ ਐਡਵਾਈਜ਼ਰੀ ਜਾਰੀ ਕੀਤੀ ਉਹਨੇ? ਹੁਣ ਵੀ ਤੇ ਕਾਗਜ਼ਾਂ 'ਚ ਆਇਆ ਨਾ, ਹੁਣ ਐਡਵਾਈਜ਼ਰੀ ਜਾਰੀ ਕੀਤੀ ਏ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ, ਉਹਨੇ ਇਹ ਨਹੀਂ ਕਿਹਾ ਇਕੱਲੇ ਅੰਗਰੇਜ਼, ਉਹਨੇ ਕਿਹਾ ਜਿਹੜਾ ਵੀ ਸਾਡਾ ਨਾਗਰਿਕ ਹੈ, ਉਹ ਲੇਹ ਲਦਾਖ ਦਾ ਉਹਨਾਂ ਜ਼ਿਕਰ ਨਹੀਂ ਕੀਤਾ, ਉਹਨਾਂ ਕੀਤਾ ਵਾ ਜੰਮੂ ਕਸ਼ਮੀਰ ਦਾ। ਉਹਨਾਂ ਲੇਹ ਲਦਾਖ ਵੱਖਰਾ ਰੱਖ ਲਿਆ ਤੇ ਉਹਨਾਂ ਨੇ ਜੰਮੂ ਕਸ਼ਮੀਰ ਕਿਹਾ ਵੀ ਕੋਈ ਜਾਏਗਾ ਤੇ ਉੱਥੇ ਖਿਆਲ ਰੱਖੋ। ਉਹ ਡਬਲ ਮੈਸੇਜ ਦੇਣਾ ਚਾਹੁੰਦੇ ਸੀ ਕਿ ਉੱਥੇ ਭਰਨ ਹੋ ਸਕਦਾ, ਗਵਾਹ ਹੋ ਸਕਦਾ, ਕੁਛ ਹੋ ਸਕਦਾ। ਉਹਨਾਂ ਨੇ ਨਾਲ ਚੁੰਡੀ ਪਾਕਿਸਤਾਨ ਨੂੰ ਵੜਤੀ ਕਿ ਇੰਡੀਆ ਦਾ ਥੋੜਾ ਜਿਹਾ ਜਿਹੜਾ ਉਹ ਪਾਰਾ ਘੱਟ ਹੋ ਜਾਏਗਾ ਤੇ ਪਾਕਿਸਤਾਨ ਵੱਲ ਨੂੰ ਤੋਰ ਦੇਣਾ ਪਰ ਗੱਲ। ਫਿਰ ਆਪਣੇ ਦੇਸ਼ ਦੇ ਵਿੱਚ ਕਿਉਂ ਨਹੀਂ ਇਹ ਧਿਆਨ ਰੱਖਦੇ ਟਰੂਡੋ? ਕਿਉਂਕਿ ਉਹਨਾਂ ਦੇ ਦੇਸ਼ ਦੇ ਵਿੱਚ ਸ਼ੁਰੂ ਤੋਂ ਹੀ ਭਾਰਤ ਕਹਿ ਰਿਹਾ ਕਿ ਉੱਥੇ ਖਾਲਿਸਤਾਨੀ ਵਸ ਰਹੇ ਨੇ, ਜਾਂ ਉੱਥੋਂ ਇਸ ਤਰੀਕੇ ਦੀਆਂ ਮੂਵਮੈਂਟਸ ਹੋ ਰਹੀਆਂ ਨੇ ਜਿਹੜੀਆਂ ਭਾਰਤ ਦਾ ਨੁਕਸਾਨ ਕਰਦੀਆਂ ਨੇ। ਕੈਨੇਡਾ ਉਹਦੇ ਉੱਤੇ ਧਿਆਨ ਦੇਵੇ। ਫਿਰ ਆਪਣੇ ਦੇਸ਼ ਦੇ ਅੰਦਰ ਕਿਉਂ ਨਹੀਂ ਇਹ ਧਿਆਨ ਦਿੰਦਾ? ਦੂਸਰਿਆਂ ਦੇ ਦੇਸ਼ਾਂ ਦੇ ਵਾਸਤੇ ਕਹਿ ਦਿੰਦੇ ਨੇ ਕਿ ਜੰਮੂ ਕਸ਼ਮੀਰ ਨਾ ਜਾਣ, ਅਸਾਮ ਨਾ ਜਾਓ, ਮਨੀਪੁਰ ਨਾ ਜਾਓ, ਉੱਥੇ ਖਤਰਾ ਹੈ। ਪਰ ਆਪਣੇ ਦੇਸ਼ ਦੇ ਵਿੱਚ ਵੀ ਤਾਂ ਫਿਰ ਇਸ ਤਰੀਕੇ ਦੀਆਂ ਮੂਵਮੈਂਟਸ ਚੱਲ ਰਹੀਆਂ ਨੇ, ਜਾਂ ਉੱਥੋਂ ਚੱਲ ਕੇ ਸਾਡੇ ਦੇਸ਼ ਦਾ ਨੁਕਸਾਨ ਹੋ ਰਿਹਾ। ਬਿਲਕੁਲ ਇਹ ਠੀਕ ਗੱਲ ਹੈ। ਟਰੂਡੋ ਨੂੰ ਇਹ ਗੱਲ ਵੇਖਣੀ ਚਾਹੀਦੀ ਹੈ, ਆਪਣੀ ਪੀੜ੍ਹੀ ਥੱਲੇ ਪਹਿਲਾਂ ਸੋਟਾ ਇਸ ਕਰਕੇ ਮਾਰਨਾ ਚਾਹੀਦਾ ਹੈ ਕਿ ਹੁਣ ਇੱਕ ਬਿਆਨ ਦਿੱਤਾ ਤੇ ਬਿਆਨ ਤੋਂ ਬਾਅਦ ਜਦੋਂ ਐਡਾ ਵੱਡਾ ਬਖੇੜਾ ਖੜਾ ਹੋਇਆ ਤੇ ਟਰੂਡੋ ਨੇ ਬਿਆਨ ਵਾਪਸ ਲੈ ਕੇ ਤੇ ਗੋਲ-ਮੋਲ ਦੋਗਲਾ ਬਿਆਨ ਫਿਰ ਦਾਗਤਾ ਤੇ ਨਾਲ ਕਹਿਤਾ ਆਪਣੇ ਜਿਹੜੇ ਸਿਟੀਜ਼ਨ ਨੇ ਜਾਂ ਉੱਥੋਂ ਦੇ ਪੱਕੇ ਨਿਵਾਸੀ ਨੇ, ਉਹਨਾਂ ਲਈ ਐਡਵਾਈਜ਼ਰੀ ਜਾਰੀ ਕਰਤੀ। ਉਹਨਾਂ ਨੂੰ ਖਤਰਾ ਹੈ, ਉਹਨਾਂ ਦੀ ਐਡਵਾਈਜ਼ਰੀ ਜਾਰੀ ਕਰਤੀ ਤੇ ਤੁਸੀਂ ਉੱਥੇ ਆਪਣੇ ਕੋਲ ਬੰਦੇ ਬਿਠਾ ਕੇ ਤੇ ਸਿੱਧੂ ਮੂਸੇਵਾਲੇ ਵਰਗੇ ਨੌਜਵਾਨ 6.5 ਫੁੱਟ ਦਾ ਜਵਾਨ ਤੁਸੀਂ ਮਰਵਾ ਦਿੰਦੇ ਹੋ ਬਿਨਾਂ ਗੱਲ ਤੋਂ। ਬਰਾੜ ਨੇ ਮਾਰਿਆ ਨਾ, ਉੱਥੇ ਬੈਠਾ ਬਰਾੜ ਵੀ। ਉਹਦੇ ਵੇਖੋ ਇਹ ਵੀ ਗੱਲ ਪਿੱਛੇ ਆਈ ਹੈ, ਇੱਕ ਤੁਹਾਨੂੰ ਹੋਰ ਦੱਸਾਂ ਕਿ ਇਹ ਵੀ ਸਾਹਮਣੇ ਆਈ। ਤੁਹਾਡੀ ਮੈਂ ਗੱਲ ਟੋਕਣ ਲੱਗਾ, ਤੁਸੀਂ ਜ਼ਿਕਰ ਕੀਤਾ ਸਿੱਧੂ ਮੂਸੇਵਾਲੇ ਦਾ, ਬਰਾੜ ਨੂੰ ਲੈ ਕੇ ਕੈਨੇਡਾ ਦੇ ਵਿੱਚ ਬੈਠਾ, ਵੀ ਉੱਥੇ ਕਿਉਂ ਨਹੀਂ ਧਿਆਨ ਰੱਖਿਆ? ਹੁਣ ਗੁਰਪਤਵੰਤ ਪੰਨੂ ਵੀ ਉੱਥੇ ਬੈਠਾ। ਐਸ ਟਰੂਡੋ ਦੇ ਬਿਆਨ ਤੋਂ ਬਾਅਦ ਉਹਨੇ ਬਿਆਨ ਛੱਡ ਦਿੱਤਾ ਕਿ ਕੈਨੇਡਾ ਦੇ ਵਿੱਚ ਜਿਹੜੇ ਹਿੰਦੂ ਰਹਿੰਦੇ ਨੇ, ਹਿੰਦੂ ਕਮਿਊਨਿਟੀ ਰਹਿੰਦੀ ਹੈ, ਉਹ ਆਪਣਾ ਬਚਾਅ ਕਰੇ, ਇੱਥੋਂ ਨਿਕਲ ਜਾਵੇ। ਮੈਨੂੰ ਇੱਕ ਗੱਲ ਦੱਸੋ ਵੀ ਅਸੀਂ ਕਹਿੰਦੇ ਹਾਂ ਕਿ ਆਜ਼ਾਦ ਵਾਸੀ ਹਾਂ, ਅਸੀਂ ਆਜ਼ਾਦ ਦੇਸ਼ ਨੇ ਸਾਡੇ ਸਾਰੇ, ਕੈਨੇਡਾ ਹੋਵੇ ਚਾਹੇ ਇੰਡੀਆ ਹੋਵੇ, ਪਰ ਇਸ ਤਰੀਕੇ ਦਾ ਬਿਆਨ ਕਿਸੇ ਇੱਕ ਕਮਿਊਨਿਟੀ ਨੂੰ ਨਿਸ਼ਾਨਾ ਬਣਾ ਦੇਣਾ, ਇਹ ਕਿੰਨਾ ਕੁ ਵਾਜਬ ਆ? ਇਹ ਵੀ ਤੇ ਹੁਣ ਕੈਨੇਡਾ 'ਚ ਬੈਠੇ ਗੁਰਪਤਵੰਤ ਪੰਨੂ ਨੇ ਬਿਆਨ ਦਿੱਤਾ ਨਾ, ਫਿਰ ਕੈਨੇਡਾ ਸਰਕਾਰ ਹੁਣ ਉੱਤੇ ਕਿਉਂ ਨਹੀਂ ਇਹ ਕਦਮ ਚੁੱਕਦੀ ਕੋਈ ਸਖਤ, ਕਿ ਇਸ ਬਿਆਨ ਦੇ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਖਰਾਬ ਹੋ ਸਕਦੇ ਆ ਜਾਂ ਕਮਿਊਨਿਟੀਆਂ ਖਰਾਬ ਹੋ ਸਕਦੀਆਂ? ਵੇਖੋ
ਮੈਂ ਤੁਹਾਨੂੰ ਅੱਗੇ ਦੱਸਿਆ ਕਿ ਸਾਡਾ ਅੱਜ ਵਿਸ਼ਾ ਨਹੀਂ, ਪਰ ਮੈਂ ਥੋੜ੍ਹਾ ਜਿਹਾ ਇੱਥੇ ਜਵਾਬ ਜ਼ਰੂਰ ਦਾਂਗਾ। ਇਹਦੇ ਲਈ ਥੋੜ੍ਹਾ ਜਿਹਾ ਸਾਨੂੰ ਪਿੱਛੇ ਜਾਣਾ ਪਿਆ। ਜਦੋਂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਹੋਈ ਹੈ, ਉਹ ਤੋਂ ਬਾਅਦ ਵੀ ਪਹਿਲਾਂ ਵੀ ਵਾਰਦਾਤਾਂ ਹੋਈਆਂ ਨੇ, ਤੇ ਉਦੋਂ ਇੱਕ ਜਿਹੜੀ ਰੌਲਾ ਪੈ ਗਿਆ ਸੀ, ਇੱਕ ਚਰਚਾ ਚੱਲ ਪਈ ਸੀ ਕਿ ਜਿਹੜੀਆਂ ਕੁਛ ਏਜੰਸੀਆਂ ਨੇ, ਭਾਵੇਂ ਉਹ ਨਾਂ ਤਾਂ ਇੰਡੀਆ ਦਾ ਵੱਜਦਾ ਸੀ ਜਾਂ ਕੋਈ ਵੀ ਹੋ ਸਕਾ, ISI ਵੀ ਉਹਦੇ 'ਚ ਹੋਏ, ਜਿਹੜੇ ਉਹਨਾਂ ਨੂੰ ਗਵਾਰਾ ਨਹੀਂ ਬੰਦੇ। ਹੁਣ ਇਹ ਜ਼ਰੂਰੀ ਤਾਂ ਨਹੀਂ ਵੀ ਇੰਡੀਆ ਬੰਦਾ ਮਾਰ ਸਕਦਾ। ISI ਸਾਰੇ ਹਿੰਦੁਸਤਾਨ ਨਹੀਂ, ਸਾਰੇ ਵਰਲਡ 'ਚ ਪਤਾ ਵਾ ਕਿ ਉਹ ਅੱਤਵਾਦੀ ਜਨਨੀ ਹੈ, ਜਨਮ ਦੇਣ ਵਾਲੀ ਹੈ। ਬੇੜਾ ਗਰਕ ਕਰਤਾ ਉਹਨਾਂ ਨੇ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ, ਇੰਨੀਆਂ ਵਾਰਦਾਤਾਂ ਕਰਕੇ। ਹੁਣ ਉਹ ਜਿਹੜੇ ਬੰਦੇ ਨੇ, ਜਿਹੜੇ ਪਾਕਿਸਤਾਨ ਵਾਲੇ ਨੇ, ਉਹ ਵੀ ਤੇ ਇਹ ਕੰਮ ਕਰਵਾ ਸਕਦੇ ਆ। ਬਿਲਕੁਲ ਉਹ ਵੀ ਤੀਸਰਾ ਵਿਰੋਧੀ ਵੀ ਕੋਈ ਤੇ ਫਾਇਦਾ ਚੁੱਕ ਨਹੀਂ ਸਕਦਾ। ਇੱਕ ਉਹ ਇਸ ਕਰਕੇ ਕਰਾ ਸਕਦੇ ਆ ਕਿ ਹੋ ਸਕਦਾ ਜਿਹੜੇ ਉਹਨਾਂ ਦੇ, ਕਿਉਂਕਿ ਉਹ ਫੰਡ ਮੁਹੱਈਆ ਕਰਾਉਂਦੇ ਨੇ, ਉਹ ISI ਵਾਲੇ, ਕਿਹਾ ਜਾਂਦਾ ਹੈ ਕਥਿਤ ਤੌਰ ਤੇ ਕਿ ਉਹ ਫੰਡ ਮੁਹੱਈਆ ਕਰਾਉਂਦੇ ਨੇ। ਫੰਡਾਂ ਦਾ ਵੀ ਮਾਮਲਾ ਹੋ ਸਕਦਾ, ਉਹਦੇ ਨਾਲ ਕੋਈ ਰਲ ਕੇ ਨਾ ਚੱਲੇ, ਉਹਦਾ ਵੀ ਕਾਰਨ ਹੋ ਸਕਦਾ। ਇੱਕ ਬੜਾ ਵੱਡਾ ਇਹ ਕਾਰਨ ਹੋ ਸਕਦਾ ਹੈ ਕਿ ਉਹ ਖਾਲਿਸਤਾਨੀਆਂ ਨੂੰ ਹੋਰ ਉਕਸਾਉਣ ਲਈ, ਹਿੰਦੁਸਤਾਨ ਦੇ ਵਿਰੁੱਧ ਕਰਨ ਲਈ ਇਹੋ ਜਿਹੀ ਵਾਰਦਾਤ ਕਰਾ ਸਕਦੇ। ਹੁਣ ਜਿਹੜਾ ਉੱਥੇ ਨਨਕਾਣਾ ਸਾਹਿਬ ਮਾਰਿਆ ਗਿਆ ਸੀ ਪਿੱਛੇ ਅੱਤਵਾਦੀ, ਉਹ ਮੈਨੂੰ ਨਾਂ ਨਹੀਂ ਉਹਦਾ, ਪਰਮਜੀਤ ਸਿੰਘ ਪੰਜਵੜ, ਉਹ ਵੀ ਤਾਂ ਪਾਕਿਸਤਾਨ 'ਚ ਹੀ ਮਰਿਆ ਸੀ ਨਾ। ਉਹ ਵੀ ਕੀ ਪਤਾ ਕਿੰਨੇ ਮਰਵਾਇਆ ਸੀ। ਇਸ ਕਰਕੇ ਪਾਕਿਸਤਾਨ ਜਿਹੜਾ ਕਿਸੇ ਕਮਿਊਨਿਟੀ ਨੂੰ, ਜਿਹੜਾ ਕਿਸੇ ਦੇਸ਼ ਨੂੰ ਬਰਬਾਦ ਕਰਨ ਤੇ ਤੁਲਿਆ, ਉਹ ਕਿਸੇ ਹੱਦ ਤੱਕ ਵੀ ਗਿਰ ਸਕਦਾ ਹੈ। ਦੇਖੋ ਨਾ, ਇਸ ਕਰਕੇ ਹਾਂ, ਇਸੇ ਸਵਾਲ ਤੇ ਮੈਂ ਇੱਕ ਹੋਰ ਸਵਾਲ ਤੁਹਾਨੂੰ ਜ਼ਰੂਰ ਕਰਾਂਗਾ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਪਾਕਿਸਤਾਨ 'ਚ ਪਰਮਜੀਤ ਪੰਜਵਾਰ ਨੂੰ ਮਾਰ ਦਿੱਤਾ, ਇੱਥੇ ਹਰਜੀਤ ਨਿੱਜਰ ਨੂੰ ਮਾਰ ਦਿੱਤਾ। ਜਿਸ ਤਰੀਕੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਬਲੇਮ ਲਗਾਇਆ ਭਾਰਤ ਸਰਕਾਰ ਤੇ ਕਿ ਇਹ ਭਾਰਤ ਸਰਕਾਰ ਦੀ ਏਜੰਸੀਆਂ ਦਾ ਕੰਮ ਆ। ਜੇ ਭਾਰਤ ਸਰਕਾਰ ਦੀਆਂ ਏਜੰਸੀਆਂ ਦਾ ਕੰਮ ਆ, ਤੇ ਭਾਰਤ ਸਰਕਾਰ ਨੂੰ ਪਤਾ ਵਾ ਕਿਹੜੇ ਦੇਸ਼ 'ਚ ਦੇਸ਼ ਵਿਰੋਧੀ ਤਾਕਤਾਂ ਉਹਨਾਂ ਦੀਆਂ ਬੈਠੀਆਂ ਹੋਈਆਂ ਨੇ। ਜੇ ਉਹ ਫਿਰ ਭਾਰਤ ਚਾਹਵੇ ਤੇ ਫਿਰ ਸਾਰਿਆਂ ਨੂੰ ਮਾਰ ਸਕਦਾ ਵਾ। ਜੇ ਇਹਨਾਂ ਨੂੰ ਮਰਵਾ ਸਕਦਾ ਤੇ ਫਿਰ ਬਾਕੀਆਂ ਨੂੰ ਤੇ ਮਰਵਾ ਸਕਦਾ ਨਾ, ਆਪਣੇ ਦੇਸ਼ ਦਾ ਮਾਹੌਲ ਠੀਕ ਕਰਨ ਲਈ। ਪਰ ਇਹ ਇਸ ਤਰੀਕੇ ਦਾ ਬਿਆਨ ਲਗਾ ਦੇਣਾ ਵੀ ਇਹ ਹਰਜੀਤ ਨਿੱਜਰ ਨੂੰ ਮਾਰ ਦਿੱਤਾ, ਹੁਣ ਗੁਰਪਤਵੰਤ ਵੀ ਪੰਨੂ ਉੱਥੇ ਆ, ਹੋਰ ਵੀ ਕਈ ਉੱਥੇ ਨੇ, ਪਾਕਿਸਤਾਨ ਦੇ ਵਿੱਚ ਉੱਥੇ ਨੇ, ਫਿਰ ਤਾਂ ਏਦਾਂ ਭਾਰਤ ਹਰ ਇੱਕ ਨੂੰ ਮਰਵਾ ਸਕਦਾ। ਮੈਂ ਤੁਹਾਨੂੰ ਇਹੋ ਗੱਲ ਕਰ ਰਿਹਾ ਸੀ ਕਿ ਪਿੱਛੇ ਦੀ ਗੱਲ ਇਸ ਕਰਕੇ ਕੀਤੀ ਸੀ ਕਿ ਜਿਹੜਾ ਪੰਨੂ ਹੈ, ਗੁਰਪਤਵੰਤ ਸਿੰਘ ਪੰਨੂ, ਉਹਨੇ ਪਿੱਛੇ ਰੌਲਾ ਪੈ ਗਿਆ ਸੀ, ਚਰਚਾ ਚੱਲ ਪਈ ਸੀ ਕਿ ਜਦੋਂ ਇਹ ਬੰਦੇ ਉੱਥੇ 4-5 ਵਾਰਦਾਤਾਂ ਹੋਈਆਂ ਨੇ, ਇੰਡੀਆ ਉੱਥੇ ਚੁਣ ਕੇ ਜਿਹੜੇ ਬੰਦੇ ਇਹੋ ਜਿਹੇ ਖਾਲਿਸਤਾਨੀ ਹਮਾਇਤੀ ਨੇ ਉਹ ਮਾਰਨ ਲੱਗਾ, ਤੇ ਉਹ ਰੂਪੋਸ਼ ਹੋ ਗਿਆ। ਤੇ ਬੜੇ ਚਿਰ ਕਿਹਾ ਵੀ ਉਹ ਪਤਾ ਨਹੀਂ ਲੱਗ ਰਿਹਾ, ਲਾਪਤਾ ਵਿੱਚ ਜੀ, ਤੇ ਇਹ ਵੀ ਆ ਗਿਆ ਕਿ ਕਿਤੇ ਉਹਨੂੰ ਟਪਕਾ ਹੀ ਨਾ ਦਿੱਤਾ ਹੋਏ। ਹੁਣ ਇਹ ਤੇ ਸਾਡੇ ਜਿਹੜੇ ਇੰਡੀਅਨ ਬੈਠੇ ਨੇ, ਉਹਨਾਂ ਨੂੰ ਉੱਥੇ ਜਿਹੜੇ ਇਹ ਵੇਖਣਾ ਚਾਹੀਦਾ ਹੈ ਕਿ ਸਾਡੇ ਇੱਕ ਬਿਆਨ ਨਾਲ, ਜਾਂ ਸਾਡੀ ਇਹੋ ਜਿਹੀ ਕਹਿਣਾ ਕਿ ਹਿੰਦੂਆਂ ਦਾ, ਹੁਣ ਪੰਜਾਬ ਵਿੱਚ ਵੇਖੋ, ਹਿੰਦੂ, ਮੁਸਲਿਮ, ਸਿੱਖ, ਈਸਾਈ, ਹਰ ਕਮਿਊਨਿਟੀ ਇੱਥੇ ਆ, ਠੀਕ ਹੈ। ਇਹੋ ਜਿਹੀ ਇੰਨੇ ਵੱਡੇ ਪੰਜਾਬ ਨੂੰ ਅਸ਼ਾਂਤ ਕਰਨ ਲਈ ਆਪਾਂ ਇਹੋ ਜਿਹਾ ਬਿਆਨ ਦੇ ਦਈਏ ਵੀ ਉੱਥੇ ਹਿੰਦੂਆਂ ਨੂੰ ਖਤਰਾ, ਜਾਂ ਹਿੰਦੂ ਨਿਕਲ ਜਾਣ, ਤੇ ਹਿੰਦੂ ਕੱਢ ਲੋਗੇ ਸਾਰੇ ਇੱਥੋਂ, ਬਾਕੀ ਕਮਿਊਨਿਟੀਆਂ ਵੀ ਨਾਲ ਚੱਲ ਜਾਣਗੀਆਂ। ਮੰਨ ਲਓ ਪੰਨੂ ਹੋਰੀ ਕਹਿੰਦੇ ਨੇ ਕਿ ਹਿੰਦੂ ਚੱਲ ਜਾਣ, ਹਿੰਦੂ ਵੀ ਚੱਲ ਗਏ, ਬਾਕੀ ਕਮਿਊਨਿਟੀਆਂ ਵੀ ਸਾਰੀਆਂ ਤੁਹਾਡੇ ਕੋਲ ਡਰਦੀਆਂ ਚੱਲ ਗਈਆਂ, ਤੇ ਤੁਸੀਂ ਰਾਜ ਕਿਹਦੇ ਤੇ ਕਰਨਾ? ਤੇ ਸਭ, ਮੈਂ ਨਹੀਂ ਖਾਲਿਸਤਾਨ ਬਾਰੇ ਕੋਈ ਗੱਲ ਕਰਾਂਗਾ, ਲੇਕਿਨ ਮੈਂ ਸਿਰਫ ਗੁਰਪਤਵੰਤ ਪੰਨੂ ਕੋ ਇੱਕ ਉਹਨੂੰ ਬੇਨਤੀ ਜ਼ਰੂਰ ਕਰਾਂਗਾ, 2 ਬੇਨਤੀਆਂ ਕਰਾਂਗਾ ਕਿ ਬਹੁਤ ਸਾਰੇ ਐਸੇ ਜਿਨ੍ਹਾਂ ਨੂੰ ਉਹ ਖਾੜਕੂ ਆਉਂਦੇ ਨੇ, ਤੇ ਬਾਕੀ ਬਹੁਤਾਂਤ ਲੋਕ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ, ਤੇ ਜਿਹੜੇ ਖਾਲਿਸਤਾਨੀ ਨੇ ਉਹਨਾਂ ਨੂੰ ਖਾੜਕੂ ਕਹਿੰਦੇ ਆ। ਮੈਨੂੰ ਇੱਕ ਲਿਸਟ, ਸਿਰਫ ਇੱਕ ਲਿਸਟ, ਤੁਸੀਂ ਅੱਗੇ ਗੱਲ ਕੀਤੀ ਕਿ ਜਿਹੜਾ ਅੱਤਵਾਦ ਦਾ ਦੌਰ ਸੀ, ਕਾਲਾ ਦੌਰ ਸੀ, ਕੁਛ ਖਾੜਕੂਵਾਦ ਦਾ ਦੌਰ ਸੀ, ਮੂਵਮੈਂਟ ਕੋਈ ਕਹਿੰਦੇ ਨੇ, ਉਹ ਤੁਸੀਂ ਬੜੇ ਨੇੜਿਓਂ ਵੇਖਿਆ। ਬਿਲਕੁਲ ਸਾਡੇ ਭੈਣ ਭਰਾ ਹੀ ਸਾਰੇ ਜਿਹੜੇ ਉਹ ਪ੍ਰਭਾਵਿਤ ਹੋਏ ਨੇ, ਕੋਈ ਸਾਡਾ ਰਿਸ਼ਤੇਦਾਰ, ਕੋਈ ਸਾਡਾ ਕਲਾਸ ਫੈਲੋ, ਕੋਈ ਸਾਡਾ ਜਾਣੂ ਪਛਾਣੂ, ਸਾਰਿਆਂ ਦੇ, ਤੁਹਾਡੇ ਵੀ ਉਹ 'ਚ ਸਾਡਾ ਪੰਜਾਬੀ ਆ, ਆਂਦੇ ਪੰਜਾਬੀਆਂ ਦੀ ਨਾਨੀ ਸਾਂਝੀ ਹੁੰਦੀ ਹੈ, ਤੇ ਸਾਰੇ ਕੋਈ ਬਗਾਨੇ ਤੇ ਨਹੀਂ ਨਾ। ਜੇ ਕੋਈ ਪੁਲਿਸ ਵਾਲਾ ਮਰਿਆ, ਉਹ ਵੀ ਸਾਡਾ ਆਪਣਾ ਜੀ। ਜੇ ਕੋਈ ਮੁੰਡਾ ਨੌਜਵਾਨ ਮੂਵਮੈਂਟ 'ਚ ਮਰਿਆ, ਉਹ ਵੀ ਸਾਡਾ ਆਪਣਾ ਜੀ। ਤੇ ਉਹ ਤੁਸੀਂ, ਮੈਂ ਸਿਰਫ 2 ਕੁਐਸਚਨ ਮੇਰੇ ਗੁਰਪਤਵੰਤ ਪੰਨੂ ਨੂੰ ਤੇ ਉਹਨਾਂ ਦੀ ਸੋਚ ਵਾਲਿਆਂ ਨੂੰ ਇਹ ਨੇ, ਮੈਨੂੰ ਨਹੀਂ ਖਾਲਿਸਤਾਨ ਨਾਲ ਕੋਈ ਮਤਲਬ ਨਹੀਂ, ਤੁਸੀਂ ਲਓ, ਤੁਹਾਡਾ ਆਪਣਾ ਤਰੀਕਾ ਹੈ, ਤੁਸੀਂ ਹਰ ਇੱਕ ਨੂੰ ਆਜ਼ਾਦੀ ਹੈ ਆਪਣੀ ਗੱਲ ਕਰਨ ਦੀ, ਵਿਚਾਰ ਪ੍ਰਗਟ ਕਰਨ ਦੀ, ਪੂਰੀ ਆਜ਼ਾਦੀ ਕਰ ਸਕਦੇ ਹੋ। 2 ਸਵਾਲ ਇਹ ਨੇ ਕਿ ਪੰਨੂ ਹੋਰਾਂ ਤੇ ਉਹਨਾਂ ਦੇ ਸਾਥੀਆਂ ਨੇ ਮੂਵਮੈਂਟ ਤੋਂ ਬਾਅਦ ਜਿਹੜੇ ਪ੍ਰਭਾਵਿਤ ਹੋਏ ਨੇ, ਜਾਂ ਜਿਨ੍ਹਾਂ ਨੂੰ ਉਹ ਸ਼ਹੀਦ ਕਹਿੰਦੇ ਨੇ ਤੇ ਇੱਧਰ ਅੱਤਵਾਦੀ ਕਹਿੰਦੇ ਨੇ, ਜਿਹੜੇ ਖਾੜਕੂ, ਉਹਨਾਂ ਦੇ ਕਿੰਨੇ ਪਰਿਵਾਰਾਂ ਦੇ ਬੱਚਿਆਂ ਨੂੰ ਉਹਨਾਂ ਨੇ ਪੜ੍ਹਾਇਆ, ਕਿੰਨਿਆਂ ਨੂੰ ਲਿਖਾਇਆ, ਕਿੰਨਿਆਂ ਨੂੰ ਨੌਕਰੀਆਂ ਤੇ ਲਵਾਇਆ, ਕਿੰਨਿਆਂ ਨੂੰ ਬਿਜ਼ਨਸ ਸੈੱਟ ਕੀਤਾ, ਤੇ ਕਿੰਨਿਆਂ ਨੂੰ ਕੈਨੇਡਾ, ਇੰਗਲੈਂਡ ਜਾਂ ਅਮਰੀਕਾ ਉਹਨਾਂ ਨੇ ਪਹੁੰਚਾਇਆ। ਇਹ ਦੱਸਦੇ ਉੱਥੇ, ਇਹ ਦੱਸਦੇ ਨਾ ਵੀ ਅਸੀਂ ਕਿਉਂ ਕੋ ਤੋਰੇਗਾ। ਅੱਜ ਤੁਸੀਂ ਕਹਿੰਦੇ ਹੋ ਵੀ ਗੁਰਪਤਵੰਤ ਪੰਨੂ ਜਾਂ ਉੱਥੇ ਅਵਤਾਰ ਸਿੰਘ ਪੰਨੂ ਬੈਠੇ ਨੇ, ਜਾਂ ਹੋਰ ਬੈਠੇ ਨੇ, ਉਹਨਾਂ ਦੇ ਆਪਣੇ ਬੱਚੇ ਗਏ ਨੇ ਇਸ ਕੰਮ 'ਚ,
ਉਹਨਾਂ ਆਪਣੇ ਬੱਚੇ ਤੇ ਤੋਰੇ ਨਹੀਂ। ਚਲੋ ਜੇ ਉਹਨਾਂ ਨੇ ਕਿਹਾ ਵੀ ਇੱਥੇ ਜਿਹੜੇ ਪੰਜਾਬ 'ਚ ਵੀ ਖਾਲਿਸਤਾਨੀ ਸੋਚ ਨੇ, ਆਪਾਂ ਕਿਸੇ ਦੀ ਸੋਚ ਨਹੀਂ ਬਦਲ ਸਕਦੇ, ਨਾ ਆਪਾਂ ਉਹਨਾਂ ਨੂੰ ਮਾੜਾ ਕਹਿੰਦੇ ਹਾਂ। ਲੇਕਿਨ ਮੈਂ ਇਹ ਕਹਿੰਦਾ ਕਿ ਜਿਹੜੇ ਜੇ ਘੱਟੋ ਘੱਟ ਅੱਗੋਂ ਤੇ ਤਾਂ ਹੀ ਇਸ ਮੂਵਮੈਂਟ 'ਚ ਤੁਰਨਗੇ ਨਾ ਵੀ ਠੀਕ ਹੈ ਜੀ, ਇਹ ਸਿੱਖ ਕਮਿਊਨਿਟੀ ਦੇ ਜਿਹੜੇ ਖਾਲਿਸਤਾਨੀ ਹਮਾਇਤੀ ਨੇ, ਪੰਨੂ ਹੁਰਾਂ ਵਰਗੇ, ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਜਿਹੜੇ ਖਾੜਕੂ ਸਿੰਘ ਜਾਂ ਅੱਤਵਾਦੀ ਉਹ ਮਾਰੇ ਗਏ ਸੀ, ਉਹਨਾਂ ਦੇ ਬੱਚਿਆਂ ਨੂੰ ਬਹੁਤ ਉਚੇਰੀ ਸਿੱਖਿਆ ਦਿੱਤੀ, ਘਰ ਦੀਆਂ ਛੱਤਾਂ ਦਿੱਤੀਆਂ, ਜਿਹੜੇ ਪੁਲਿਸ ਨੇ ਘਰ ਢਾਤੇ ਸੀ ਨਵੇਂ ਘਰ ਬਣਾ ਕੇ ਦਿੱਤੇ। ਜਨਾਨੀਆਂ ਨੂੰ ਵੀ ਪਤਾ ਲੱਗਾ, ਜਿਹੜੀਆਂ ਔਰਤਾਂ ਚਿੱਟੇ ਚੁੰਨੀਆਂ ਵਾਲੀਆਂ, ਉਹਨਾਂ ਨੂੰ ਵੀ ਪਤਾ ਉਹ ਲੱਗਾ ਕਿ ਠੀਕ ਹੈ ਜੀ, ਇਹ ਸਾਡੇ ਵੀਰ ਸਨ, ਜੇ ਸਾਡੇ ਘਰ ਵਾਲੇ ਸਿਰ ਦੇ ਸਾਈਂ ਚਲੇ ਗਏ ਨੇ ਤੇ ਇਹਨਾਂ ਸਾਡੀ ਬਾਂਹ ਫੜੀ ਹੈ। ਉਹਦੀ ਲਿਸਟ ਜਾਰੀ ਕਰਨ, ਅੱਜ ਤੱਕ ਇੱਕ ਲਿਸਟ ਸਿੰਗਲ ਵੀ ਜਾਰੀ ਨਹੀਂ ਕਰ ਸਕੇ। ਫਿਰ ਤੁਸੀਂ ਆਪਣੇ ਲਫ਼ਜ਼ਾਂ 'ਚ ਕੀ ਆਖਰੀ ਜਵਾਬ ਦੇਣਾ ਚਾਹੁੰਦੇ ਹੋ? ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਸਾਡੀ ਗੱਲ ਟਰੂਡੋ ਤੱਕ ਤੇ ਨਹੀਂ ਪਹੁੰਚ ਸਕਦੀ, ਕਿਉਂਕਿ ਸਾਡੇ ਦਾਇਰੇ ਨੇ, ਸਾਡੀ ਕਮਿਊਨਿਟੀ ਤੱਕ ਜ਼ਰੂਰ ਗੱਲ ਪਹੁੰਚ ਸਕਦੀ ਹੈ। ਮੈਂ ਆਪਣੀ ਕਮਿਊਨਿਟੀ ਨੂੰ ਇਹੋ ਬੇਨਤੀ ਕਰਾਂਗਾ ਕਿ ਗੁਰੂ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਲੋਕਾਂ ਦੀ ਸੇਵਾ ਲਈ ਪੈਦਾ ਕੀਤਾ ਵਾ। ਜੇ ਖਾਲਸਾ ਪੰਥ ਸਾਜਿਆ ਗੁਰੂ ਸਾਹਿਬ ਨੇ, ਤੇ ਉਹ ਆਪਣੀ ਰਾਖੀ ਲਈ ਤੇ ਜ਼ਰੂਰ ਸੀ, ਲੇਕਿਨ ਮਜ਼ਲੂਮਾਂ ਦੀ ਰਾਖੀ ਲਈ ਸਾਜਿਆ ਸੀਗਾ, ਨਾ ਕਿ ਅਸੀਂ ਆਪਣਿਆਂ ਨੂੰ ਆਪੇ ਮਾਰੀ ਜਾਈਏ। ਇਹ ਕੋਈ ਚੰਗੀ ਗੱਲ ਨਹੀਂ। ਖਾਲਿਸਤਾਨ ਮੰਗੋ, ਆਜ਼ਾਦੀ ਮੰਗੋ, ਵੱਧ ਅਧਿਕਾਰ ਮੰਗੋ, ਉਹਨੂੰ ਤੁਹਾਨੂੰ ਅਸੀਂ ਕੌਣ ਹੁੰਦੇ, ਅਸੀਂ ਨਹੀਂ ਰੋਕ ਸਕਦੇ। ਪਰ ਕੋਈ ਵੀ ਗੱਲ ਕਰਨ ਤੋਂ ਪਹਿਲਾਂ, ਕੋਈ ਵੀ ਮੰਗ ਕਰਨ ਤੋਂ ਪਹਿਲਾਂ ਇਹ ਵੇਖੋ ਕਿ ਮੇਰੀ ਮੰਗ ਨਾਲ, ਮੇਰੇ ਇਹਨਾਂ ਬੋਲਾਂ ਨਾਲ ਕੋਈ ਕਮਿਊਨਿਟੀ, ਕੋਈ ਖਿੱਤਾ, ਕੋਈ ਵਪਾਰ ਪ੍ਰਭਾਵਿਤ ਨਹੀਂ ਹੁੰਦਾ, ਕਿਉਂਕਿ ਜੇ ਅਸੀਂ ਕਿਸੇ ਦਾ ਸਵਾਰ ਨਹੀਂ ਸਕਦੇ ਤੇ ਸਾਨੂੰ ਵਿਗਾੜਨ ਦਾ ਵੀ ਹੱਕ ਹੈ। ਇਸ ਕਰਕੇ ਅਸੀਂ ਸਾਰੀ ਕਮਿਊਨਿਟੀ ਨੂੰ ਇਹੋ ਅਪੀਲ ਕਰਾਂਗੇ ਕਿ ਕੈਨੇਡਾ 'ਚ ਬੈਠੇ ਸਾਡੇ ਸਾਥੀਆਂ ਨੂੰ, ਦੁਨੀਆ ਭਰ 'ਚ ਬੈਠੇ ਸਾਡੇ ਪਿਆਰੇ ਮਿਹਨਤੀ ਪੰਜਾਬੀਆਂ ਨੂੰ, ਮਹਿਬੂਬ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਣੀ ਕਮਿਊਨਿਟੀ ਲਈ ਅੱਛਾ ਕੰਮ ਕਰੋ, ਆਪਣੀ ਕਮਿਊਨਿਟੀ ਨੂੰ ਜੋੜੋ। ਜੇ ਇਹ ਜ਼ਿੰਦਗੀ 'ਚ ਇੱਕ ਵਾਰੀ ਆਪਾਂ ਧਰਤੀ 'ਤੇ ਆਏ ਹਾਂ ਤੇ ਸਿਰ ਜੋੜਨੇ ਚਾਹੀਦੇ ਆ, ਤੋੜਨੇ ਨਹੀਂ ਚਾਹੀਦੇ। ਤੇ ਉਹਨਾਂ ਨੂੰ ਕੈਨੇਡਾ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਕਿ ਤੁਸੀਂ ਕੁਛ ਬੰਦਿਆਂ ਦੇ ਪ੍ਰਭਾਵ 'ਚ ਆਣ ਕੇ ਸਾਰੇ ਜਿਹੜੀ ਕਮਿਊਨਿਟੀ ਦਾ ਉਹਦਾ ਸੱਤਿਆਨਾਸ਼ ਨਾ ਕਰੋ, ਉਹਨੂੰ ਫਾਈਨੈਂਸ਼ੀਅਲੀ ਤੌਰ 'ਤੇ ਨਾ ਵਿਗਾੜੋ, ਬਲਕਿ ਉਹਨਾਂ ਨੂੰ ਨਾਲ ਇਹ ਕਹਿਣਾ ਚਾਹੀਦਾ, ਇਹ ਦਬਾਅ ਬਣਾਉਣਾ ਚਾਹੀਦਾ ਟਰੂਡੋ 'ਤੇ ਕਿ ਇਲੈਕਸ਼ਨ ਹੈ, ਇਲੈਕਸ਼ਨ ਦੇ ਵਿੱਚ ਇਹ ਵਾਅਦਾ ਕਰ ਕਿ ਜਿਹੜੇ ਉੱਥੇ ਸਟੂਡੈਂਟ, ਜਿਹੜੀਆਂ ਬੱਚੀਆਂ ਨੂੰ ਆਪਣੇ ਜਿਸਮ ਵੇਚਣੇ ਪੈ ਰਹੇ, ਅੱਜ ਇਹ ਹਾਲਾਤ ਉੱਥੇ ਬਣ ਗਏ ਨੇ। ਇੱਥੋਂ ਕਿਉਂ ਜਾ ਰਹੇ? ਇੱਕ ਬੱਚੀ 20 ਤੋਂ 25 ਲੱਖ ਰੁਪਈਆ ਉਹਦੇ ਘਰ ਦੇ ਚੁੱਕ ਕੇ ਭੇਜਦੇ ਨੇ, ਉਹ ਨਾਲ ਕਹਿੰਦੇ ਨੇ ਕਿ ਬੇਟਾ ਉੱਥੇ ਜੋ ਮਰਜ਼ੀ ਕਰ, ਸਾਨੂੰ ਅਸੀਂ ਕਿਸ਼ਤ ਮਗਰ ਲਾਉਣੀ ਹੈ, ਸਾਨੂੰ ਪੈਸੇ ਭੇਜ ਦੇ। ਉਹਨੂੰ ਵਿਚਾਰੀ ਨੂੰ ਮਜਬੂਰਨ ਉੱਥੇ ਆਪਣਾ ਜਿਸਮ ਵੇਚਣਾ ਪੈ ਰਿਹਾ। ਜਿਸਮ ਵੇਚ ਕੇ ਤੇ ਉਹ ਨਾਲੇ ਆਪਣੀ ਰੋਟੀ ਚਲਾ ਰਹੀ ਹੈ ਤੇ ਨਾਲੇ ਉਹ ਘਰਦਿਆਂ ਦੇ ਪੈਸੇ ਭੇਜ ਰਹੀ ਹੈ। ਤੇ ਇਹ ਕਿਉਂ ਨਹੀਂ ਉੱਥੇ ਦਿੰਦੇ? ਇਹ ਉਹਦੇ ਵਾਸਤੇ ਇਹਨਾਂ ਨੂੰ ਮੰਗ ਉਠਾਉਣੀ ਚਾਹੀਦੀ ਹੈ ਕਿ ਇਹ ਸ਼ੋਰ ਕਰ ਵੀ ਮੈਂ ਅਗਲੀ ਵਾਰ ਜੇ ਮੈਨੂੰ ਵੋਟ ਦਿਓਗੇ ਤੇ ਮੈਂ ਇੱਥੋਂ ਦੀ ਇਕੋਨਮੀ ਜਿਹੜੀ ਇੰਨੀ ਉੱਪਰ ਪਹੁੰਚਾ ਦਿਆਂਗਾ, ਇੱਥੋਂ ਦਾ ਜਿਹੜਾ ਰਹਿਣ ਸਹਿਣ ਹੈ ਇੰਨਾ ਉੱਚੇ ਪਹੁੰਚਾ ਦਿਆਂਗਾ ਕਿ ਕੋਈ ਵੀ ਇੰਡੀਅਨ ਜਾਂ ਕੋਈ ਵੀ ਵਿਦੇਸ਼ੀ ਜਿਹੜਾ ਕੈਨੇਡਾ ਦੀ ਧਰਤੀ ਤੇ ਆਉਂਦਾ, ਉਹ ਕਦੀ ਭੁੱਖਾ ਨਹੀਂ ਮਰੇਗਾ, ਉਹ ਕੰਮ ਤੋਂ ਨਹੀਂ ਮਰੇਗਾ। ਇਹ ਗੱਲ ਕਰਨੀ ਚਾਹੀਦੀ ਜੀ ਬਿਲਕੁਲ। ਖਾਸ ਤੌਰ ਤੇ ਜਿਹੜਾ ਇਸ ਮੁੱਦੇ ਨੂੰ ਲੈ ਕੇ ਆਖਰੀ ਇਹ ਜਿਹੜਾ ਨਤੀਜਾ ਨਿਕਲਦਾ ਉਹ ਇਹੀ ਹੈ ਕਿ ਸਿਰ ਤੋੜਨੇ ਨਹੀਂ, ਜੋੜਨੇ ਚਾਹੀਦੇ ਨੇ, ਕਿਉਂਕਿ ਦੋਵੇਂ ਮੁਲਕ ਅਗਰ ਆਪਸ 'ਚ ਸੰਬੰਧ ਸਹੀ ਰੱਖਣਗੇ ਤਾਂ ਦੋਨਾਂ ਦਾ ਹੀ ਫਾਇਦਾ ਹੈ ਤੇ ਦੋਨਾਂ ਦੇਸ਼ਾਂ ਦੀ ਜਨਤਾ ਦਾ ਵੀ ਫਾਇਦਾ ਹੈ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਕਿਸ ਤਰੀਕੇ ਦਾ ਫੈਸਲਾ ਲੈਂਦੀਆਂ ਹਨ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼।